ਮਨੁੱਖ ਨੂੰ ਇਹ ਸਮਝਾਉਂਦੇ ਨੇ, हे ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੂੰ ਕਿਸੇ ਚੀਜ਼ ਦਾ ਹੰਕਾਰ ਨਾ ਕਰੀ। ਕਾਰਨ ਕੀ ਹੈ? ਪਹਿਲਾਂ ਤੇ ਉਹ ਚੀਜ਼ ਦੱਸਦੇ ਨੇ, ਉਸ ਤੋਂ ਪਿੱਛੋਂ ਉਸ ਦੇ ਕਾਰਨ ਵੀ ਦੱਸਦੇ ਨੇ। ਕਿਉਂਕਿ ਮਨੁੱਖ ਦੇ ਅੰਦਰ ਜੇ ਹੰਕਾਰ ਦੀ ਭਾਵਨਾ ਹੈ, ਉਹ ਇਹਨਾਂ 5-4 ਚੀਜ਼ਾਂ ਤੇ ਖਲੋਤੀ ਹੁੰਦੀ ਹੈ। ਪਹਿਲੀ ਗੱਲ ਰੂਪ, ਦੂਜੀ ਗੱਲ ਧਨ, ਤੀਜੀ ਗੱਲ ਵਿਦਿਆ, ਚੌਥੀ ਗੱਲ ਸ਼ਕਤੀ। ਇਸ ਤੋਂ ਬਾਹਰ ਮਨੁੱਖ ਦੇ ਹੰਕਾਰ ਦੀ ਭਾਵਨਾ, ਕਿਉਂਕਿ ਹੰਕਾਰ ਵੀ ਕਿਸੇ ਚੀਜ਼ ਤੇ ਖੜਾ ਹੁੰਦਾ ਹੈ। ਜਿਵੇਂ ਇਹ ਮਕਾਨ ਹੈ, ਇਸ ਮਕਾਨ ਨੂੰ, ਇਹ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੈ, ਜਿਵੇਂ ਇਹ ਇਮਾਰਤ ਇਹਨਾਂ ਪਿੱਲਰਾਂ ਤੇ ਖੜੀ ਹੈ, ਕੰਧ ਦੇ ਸਹਾਰੇ ਖੜੀ ਹੈ, ਇਵੇਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੰਕਾਰ ਵੀ ਕਿਸੇ ਨਾ ਕਿਸੇ ਚੀਜ਼ ਤੇ ਖੜਾ ਹੁੰਦਾ ਹੈ। ਔਰ ਅਹੰਕਾਰ ਦੀ ਭਾਵਨਾ ਦਾ ਮਤਲਬ ਹੈ ਮੈਂ ਸ੍ਰੇਸ਼ਟ ਹਾਂ, ਮੈਂ ਵੱਡਾ ਹਾਂ। ਇਹ ਜਿਹੜਾ ਇਹਦਾ ਵੱਡਪਣ ਹੈ, ਮੈਂ ਵੱਡਾ ਹਾਂ, ਹੰਕਾਰ ਫਿਰ ਕੀ ਕਰਦਾ ਹੈ? ਅੱਗੇ ਮਨੁੱਖ ਕਿੱਡਾ ਵਰਜੀ ਗੁਣਵਾਨ ਹੋਏ, ਅੱਗੇ ਮਨੁੱਖ ਕਿੱਡਾ ਵਧੀਆ ਤੋਂ ਵਧੀਆ ਵੀ ਹੋਏ, ਹੰਕਾਰੀ ਨੂੰ ਦੂਜੇ ਦੇ ਗੁਣ ਵਿਖਣੇ ਬੰਦ ਹੋ ਜਾਂਦੇ ਨੇ। ਇਹ ਉਹਦੀ ਨਿਸ਼ਾਨੀ ਹੈ। ਅਹੰਕਾਰੀ ਮਨੁੱਖ ਨੂੰ ਜੇ ਗੱਲ ਆਏਗੀ ਮਿਹਨਤ ਦੀ, ਉਹ ਕਹਿੰਦਾ ਮੈਂ ਬਹੁਤ ਮਿਹਨਤ ਕੀਤੀ ਹੈ, ਮੇਰੇ ਤੋਂ ਵੱਡਾ ਮਿਹਨਤੀ ਕੋਈ ਨਹੀਂ। ਇਹ ਅਹੰਕਾਰੀ ਦੀ ਬਿਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਹਨ, हे ਮਨੁੱਖ ਜੇ ਤੂੰ ਰੂਪ ਦੇ ਮਾਣ ਵਿੱਚ ਹੈ, ਫਿਰ ਇਹਦਾ ਮਾਣ ਭੁੱਲ ਕੇ ਵੀ ਨਾ ਕਰੀ। ਜੇ ਤੂੰ ਸੋਚ ਰਿਹਾ ਹੈ ਤੇਰਾ ਰੂਪ ਠੀਕ ਹੈ, ਰੂਪਵੰਤ ਹੋਏ ਨਾ ਹੀ ਮੋਹ ਹੈ, ਰੂਪਵੰਤ ਹੋ ਕੇ ਰੂਪ ਦੇ ਮੋਹ ਦੇ ਵਿੱਚ ਮਸਤ ਨਾ ਹੋ। ਕਿਉਂ? ਕਿਉਂਕਿ ਸਾਰੇ ਜੀਵਾਂ ਦੇ ਅੰਦਰ ਉਹ ਪਰਮਾਤਮਾ ਦੀ ਹੀ ਜੋਤ ਪਸਰ ਰਹੀ ਹੈ। ਇੱਕ ਵਾਰੀ ਰਾਜੇ ਜਨਕ ਦੀ ਸਭਾ ਲੱਗੀ ਹੋਈ। ਉਸ ਰਾਜੇ ਜਨਕ ਦੀ ਸਭਾ ਦੇ ਵਿੱਚ ਆਉਂਦਿਆਂ ਆਉਂਦਿਆਂ ਸ਼ਾਸਤਰਾਰਥ ਚੱਲ ਰਿਹਾ ਸੀ। ਅਸ਼ਟਾਵਕਰ ਵੀ ਉਸ ਸਭਾ ਦੇ ਵਿੱਚ ਆ ਗਏ। ਜਿਵੇਂ ਅਸ਼ਟਾਵਕਰ ਆਏ ਨੇ, ਉਹਨਾਂ ਦੇ ਸਰੀਰ ਦੀ ਬਣਾਵਟ ਠੀਕ ਨਹੀਂ ਸੀ। ਬਣਾਵਟ ਠੀਕ ਨਾ ਹੋਣ ਕਰਕੇ ਸਰੀਰ ਦੀ, ਉਹਨੂੰ ਵੇਖਦਿਆਂ ਹੀ ਜਿੰਨੇ ਵੀ ਰਾਜ ਸਭਾ ਦੇ ਵਿੱਚ ਵੱਡੇ ਵੱਡੇ ਵਿਦਵਾਨ ਬੈਠੇ ਸਨ, ਸਾਰੇ ਹੱਸ ਪਏ। ਅਸ਼ਟਾਵਕਰ ਬੜੇ ਹੈਰਾਨ ਹੋਏ। ਹੈਰਾਨੀ ਦੀ ਗੱਲ ਤੇ ਹੈ, ਇੱਕ ਆਮ ਮਨੁੱਖ ਕਿਸੇ ਦੀ ਕੁਰੂਪਤਾ ਤੇ ਹੱਸੇ ਚੱਲ ਜਾਏਗਾ, ਇੱਕ ਸਮਝਦਾਰ ਮਨੁੱਖ ਜਿਸ ਨੇ ਪੜ੍ਹਿਆ ਹੈ, ਸਮਝਿਆ ਹੈ ਰੂਪ ਕਿੱਥੋਂ ਬਣਦੇ ਨੇ, ਕਿਵੇਂ ਬਣਦੇ ਨੇ, ਜੇ ਉਹ ਮਨੁੱਖ ਵੀ ਕਿਸੇ ਦੀ ਕੁਰੂਪਤਾ ਤੇ ਹੱਸਦਾ ਹੈ, ਫਿਰ ਤੇ ਸੋਚਣ ਵਾਲੀ ਗੱਲ ਹੈ। ਇੱਕ ਉਹ ਮਨੁੱਖ ਜਿਸ ਨੂੰ ਪਤਾ ਹੀ ਕੁਛ ਨਹੀਂ, ਉਹ ਕਿਸੇ ਗੱਲ ਤੇ ਹੱਸੇ। ਬੱਚਾ ਹੱਸਦਾ ਹੈ ਕਿਸੇ ਬਜ਼ੁਰਗੀ ਦੇ ਸਰੀਰ ਨੂੰ ਵੇਖ ਕੇ। ਉਹਦੀ ਮਾਂ ਕਹਿੰਦੀ ਹੈ ਬੇਟਾ ਹੱਸੀਦਾ ਨਹੀਂ। ਹੁਣ ਬੱਚੇ ਨੂੰ ਨਹੀਂ ਪਤਾ ਬਜ਼ੁਰਗੀ ਤੇ ਨਹੀਂ ਹੱਸੀਦਾ। ਕਿਉਂ? ਉਹਦੀ ਮਾਂ ਕਹਿੰਦੀ ਹੈ ਇਹਦੀ ਬਜ਼ੁਰਗੀ ਤੇ ਇਹਦੇ ਸਰੀਰ ਤੇ ਵੇਖ ਕੇ ਹੰਕਾਰ ਨਾ ਕਰ, ਕਿਉਂਕਿ ਇੱਕ ਦਿਨ ਤੂੰ ਵੀ ਇਸੇ ਸਰੀਰ ਨੇ ਪਹੁੰਚਦਿਆਂ ਇੱਥੇ ਹੀ ਪਹੁੰਚ ਜਾਣਾ। ਕਿਉਂਕਿ ਰੂਪ ਦੀ ਜਿਹੜੀ ਕਸ਼ਿਸ਼ ਹੈ ਕਿੰਨੇ ਦਿਨ ਰਹੇਗੀ? 30 ਸਾਲ 40 ਸਾਲ, ਇਸ ਤੋਂ ਬਾਅਦ ਕਰੂਪ ਹੋਣਾ ਸ਼ੁਰੂ ਹੋ ਜਾਏਗਾ। 35-37 ਸਾਲ ਤੋਂ ਬਾਅਦ ਅਕਸਰ ਡਾਕਟਰ ਕਹਿੰਦੇ ਜਿਹੜਾ ਮਨੁੱਖ ਦਾ ਰੂਪ ਹੈ ਉਹ ਕੁਰੂਪਤਾ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। 40-45 ਸਾਲ ਤੋਂ ਬਾਅਦ ਪਹਿਲਾਂ ਸਰੀਰ ਉੱਤੇ ਜਾਂਦਾ ਹੈ, 35-40 ਸਾਲ ਤੋਂ ਬਾਅਦ ਇਹ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ, ਬਿਮਾਰੀਆਂ ਦਾ ਘਰ ਬਣਨਾ ਸ਼ੁਰੂ ਹੋ ਜਾਂਦਾ।
ਹੌਲੀ ਹੌਲੀ। ਇਸ ਕਰਕੇ ਜਿਹੜਾ ਰੂਪ ਹੈ ਇਹਨੂੰ ਵੇਖ ਕੇ शारीरिक तौर ਤੇ ਮਨੁੱਖ ਬਲਵਾਨ ਹੈ, शारीरिक तौर ਤੇ ਇਸ ਦੇ ਕੋਲ ਰੂਪ ਹੈ, ਇਹਨੂੰ ਵੇਖ ਕੇ ਮਸਤ ਨਾ ਹੋ, ਕਿਉਂਕਿ ਇਹ ਕਰੂਪਤਾ ਵਿੱਚ ਕਦੋਂ ਬਦਲ ਜਾਏ ਕੋਈ ਪਤਾ ਨਹੀਂ। ਹੁਣ ਰਾਜਾ ਅਸ਼ਟਾਵਕਰ, ਜਿਹੜਾ ਗਿਆਨੀ ਅਸ਼ਟਾਵਕਰ ਰਾਜੇ ਜਨਕ ਦੀ ਸਭਾ ਵਿੱਚ ਗਿਆ, ਕਹਿੰਦੇ ਰਾਜਾ ਮੈਨੂੰ ਇਵੇਂ ਲੱਗਦਾ ਹੈ ਤੇਰੀ ਇਸ ਸਭਾ 'ਚ ਵਿਦਵਾਨ ਨਹੀਂ ਬੈਠੇ, ਸਾਰੇ ਹੱਡੀਆਂ ਤੇ ਚੰਮ ਦੇ ਵਪਾਰੀ ਬੈਠੇ ਨੇ, ਹੋਰ ਕੁਝ ਵੀ ਨਹੀਂ। ਮੈਨੂੰ ਇਹਨਾਂ ਵਿੱਚ ਤੇ ਸਮਝਦਾਰੀ ਵਾਲਾ ਇੱਕ ਵੀ ਗੁਣ ਨਹੀਂ ਲੱਗਿਆ। ਕਹਿੰਦੇ ਕਿਉਂ? ਕਹਿੰਦੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ। ਉਹ ਵੀ ਹੱਸ ਪਿਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਿਹਤੇ ਹੱਸ ਰਹੇ ਹੋ, ਇਹ ਦੱਸੋ। ਤੁਸੀਂ ਮੇਰੇ ਤੇ ਹੱਸ ਰਹੇ ਹੋ ਜਾਂ ਜਿਨਨੇ ਮੈਨੂੰ ਬਣਾਇਆ ਉੱਤੇ ਹੱਸ ਰਹੇ ਹੋ? ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਹੱਸ ਰਹੇ। ਮੇਰਾ ਇਹ ਸਰੀਰ ਐਸਾ ਹੈ, ਇਹ परमात्मा ਦੇ ਹੁਕਮ ਦੇ ਵਿੱਚ ਐਸਾ ਹੈ। परमात्मा ਨੇ ਮੇਰਾ ਸਰੀਰ ਐਸਾ ਬਣਾਇਆ ਹੈ, ਆਪਣੇ ਆਪ ਨਹੀਂ ਬਣਿਆ, ਉਹਨੇ ਬਣਾਇਆ ਹੈ। ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਹੱਸ ਰਹੇ, ਤੁਸੀਂ ਉਹ परमात्मा ਤੇ ਹੱਸ ਰਹੇ ਹੋ। ਤੇ ਜਿਹੜੇ ਲੋਕ परमात्मा ਤੇ ਹੱਸਦੇ ਨੇ, ਹਸ਼ਰ ਮਾੜਾ ਹੁੰਦਾ ਹੈ। ਤੁਹਾਡਾ ਹੱਸਣਾ ਮੇਰੇ ਤੇ ਨਹੀਂ ਹੈ, ਤੁਹਾਡਾ ਹੱਸਣਾ परमात्मा ਤੇ ਹੈ। ਕਿਉਂਕਿ ਹਰੇਕ ਜੀਵ ਦੇ ਅੰਦਰ ਰੂਪ ਦੇ ਵਿੱਚ ਮਨੁੱਖ ਮਸਤ ਹੋ ਜਾਏਗਾ, ਆਪਣੇ ਆਪ ਨੂੰ ਸ੍ਰੇਸ਼ਟ ਦੱਸੇਗਾ, ਦੂਜੇ ਨੂੰ ਨਿਕ੍ਰਿਸ਼ਟ ਦੱਸੇਗਾ, ਆਪਣੇ ਆਪ ਨੂੰ ਵੱਡਾ ਦੱਸੇਗਾ, ਫਿਰ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਸ਼ੁਰੂ ਕਰ ਦਿੰਦਾ। ਮਹਾਰਾਜ ਕਹਿੰਦੇ ਕਿਸੇ ਦੀ ਤੁਲਨਾ ਕਿਸੇ ਦੇ ਨਾਲ ਨਾ ਕਰ। ਕਿਸੇ ਰੂਪ ਦੀ ਤੁਲਨਾ, ਕਿਸੇ ਦੇ ਸਰੀਰ ਦੀ ਤੁਲਨਾ ਦੂਜੇ ਦੇ ਸਰੀਰ ਦੀ ਤੁਲਨਾ ਨਾਲ ਨਾ ਕਰ। ਕਾਰਨ ਕੀ ਹੈ? ਇਸ ਦਾ ਕਾਰਨ ਸਿਰਫ ਤੇ ਸਿਰਫ ਇੱਕ ਹੀ ਹੈ, ਕਿਉਂਕਿ ਹਰੇਕ ਸਰੀਰ ਦੇ ਵਿੱਚ ਉਹ परमात्मा ਦੀ ਹੀ ਜੋਤ ਹੈ। ਹਰੇਕ ਮਨੁੱਖ ਨੂੰ ਸਰੀਰ ਦੇਣ ਵਾਲਾ ਉਹ परमात्मा ਹੀ ਹੈ। ਕਿਸੇ ਹੋਰ ਨੇ ਉਹਨੂੰ ਸਰੀਰ ਨਹੀਂ ਦਿੱਤਾ। ਇਸ ਕਰਕੇ ਜਦੋਂ ਮਨੁੱਖ ਕਿਸੇ ਤੇ ਹੱਸਦਾ ਹੈ, ਫਿਰ ਉਹ ਮਨੁੱਖ ਤੇ ਨਹੀਂ ਹੱਸਦਾ, ਉਹ ਰੱਬ ਤੇ ਹੱਸਦਾ ਹੈ। ਤੇ ਬਾਣੀ ਇਹ ਕਹਿੰਦੀ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। परमात्मा एक गल होर याद रखना साध संगत, गुरबाणी दे विच ये खोज का विषय है। परमात्मा ने क्रोधियां नूं माफ कर दिता, परमात्मा ने कामियां नूं माफ कर दिता, और याद रखना हंकारियां नूं परमात्मा ने माफ कदी नहीं किया। सब नूं माफ वो कर दिंदा है, हंकारियां नूं माफ नहीं करता। बाणी दे विच महाराज कहंदे अहंकारियां निंदकां पिठ दे, नाम देव मुख लाया। अहंकारियां नूं वो पिठ दिंदा है, अहंकारियां वाल रब दी पिठ हुंदी है, और फिर हरणाकश्वर के अहंकारी नूं रब ने दंड भी दिता। इस करके पहली ते गल महाराज अहंकार दी करदे ने रूप, क्योंकि हंकार दा आधार है। एवें मनुख नूं हंकार नहीं है। एक निताणा मनुख है, एक गरीब मनुख है, ਜਿਹਦੇ ਕੋਲ ਮਾਣ ਨਹੀਂ ਉਹ ਨਿਤਾਣਾ ਹੀ ਹੁੰਦਾ ਹੈ। ਜਿਹਦੇ ਕੋਲ ਤਾਣ ਨਹੀਂ ਹੁੰਦਾ, ਜ਼ੋਰ ਨਹੀਂ ਹੁੰਦਾ, ਅਕਸਰ ਉਹ ਨਿਮਾਣਾ ਹੀ ਹੁੰਦਾ ਹੈ। ਹੰਕਾਰ ਨੂੰ ਖਲੋਣ ਵਾਸਤੇ ਕੋਈ ਨਾ ਕੋਈ ਸਤਹ ਜ਼ਰੂਰ ਚਾਹੀਦੀ ਹੈ, ਉਵੇਂ ਹੰਕਾਰ ਖਲੋਏਗਾ ਹੀ ਨਹੀਂ। ਜੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਕੌਨਫੀਡੈਂਸ ਦੇ ਵਿੱਚ ਬੈਠਾ ਹੈ, ਇਸ ਦਾ ਮਤਲਬ ਹੈ ਇਹਦੇ ਪਿੱਛੇ ਕੋਈ ਨਾ ਕੋਈ ਗੱਲ ਹੈ। ਜਿਵੇਂ ਕੋਈ ਮਨੁੱਖ ਕਿਸੇ ਨੂੰ ਗਾਲੀ ਕੱਢ ਦੇਵੇ, ਕਿਸੇ ਦੇ ਝੂਠੇ ਤੌਰ ਤੇ ਮੁਕੱਦਮਾ ਕਰਾ ਦੇਵੇ, ਇਹ ਵੇਖਣਾ ਪਏਗਾ ਇਹਦੇ ਪਿੱਛੇ ਕੌਣ ਹੈ। ਕਿਸੇ ਨਾ ਕਿਸੇ ਚੀਜ਼ ਦਾ ਹੰਕਾਰ ਤੇ ਜ਼ਰੂਰ ਹੈ ਮਨੁੱਖ ਨੂੰ, ਐਵੇਂ ਤੇ ਉਹ ਦੁਨੀਆ ਦੇ ਵਿੱਚ ਨਹੀਂ ਫਿਰ ਰਿਹਾ। ਅਗਲੀ ਗੱਲ ਮਹਾਰਾਜ ਕਹਿੰਦੇ ਨੇ, ਅਗਲਾ ਗੱਲ ਮਨੁੱਖ ਨੂੰ ਹੰਕਾਰ ਹੁੰਦਾ ਹੈ ਧਨਵੰਤਾ ਹੋਣ ਦਾ, ਪੈਸਾ। ਜਿਵੇਂ ਜਿਵੇਂ ਮਾਇਆ ਮਨੁੱਖ ਦੇ ਕੋਲ ਵੱਧਦੀ ਹੈ, ਇਸ ਦੀਆਂ ਗੱਲਾਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ। ਇਹ ਆਪ ਜੀ ਨੋਟ ਕਰਨਾ। ਇਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੇ ਮਨੁੱਖ ਕਦੇ ਤੇ ਕਦੇ ਕਿਸੇ ਅੱਗੇ ਬੋਲਦੇ ਨਹੀਂ ਸੀ ਹੁੰਦੇ, ਜਿਵੇਂ ਜੇਬ ਦੇ ਵਿੱਚ ਪੈਸੇ ਆਏ ਉਤੋਂ ਦੀਆਂ ਗੱਲਾਂ ਉਹਨੂੰ ਕਰਨੀਆਂ ਸ਼ੁਰੂ ਕਰ ਦਿੰਦੇ।
ਕਹਿਣਾ ਸ਼ੁਰੂ ਕਰ ਦਿੰਦੇ ਨੇ ਤੁਸੀਂ ਤੇ ਇੱਥੇ ਰਹਿੰਦੇ ਹੋ, ਇੱਥੇ ਤੇ ਇਹ ਵੇਖਿਆ ਸਾਰੇ ਦੇ ਸਾਰੇ ਲੋਕ ਇਹਨਾਂ ਦਾ ਤੇ ਬਿਹੇਵੀਅਰ ਹੀ ਠੀਕ ਨਹੀਂ ਹੈ। ਮੈਂ ਅਕਸਰ ਇਹ ਵੇਖਿਆ ਜਿਹੜੇ ਲੋਕ ਇੱਥੋਂ ਅਮਰੀਕਾ, ਇੰਗਲੈਂਡ, ਕੈਨੇਡਾ ਚਲੇ ਜਾਂਦੇ ਨੇ, ਜਦੋਂ ਉਹ ਇੱਥੇ ਆਉਂਦੇ ਨੇ ਉਹ ਇੱਕੋ ਹੀ ਗੱਲ ਕਹਿੰਦੇ ਨੇ, ਕਿਵੇਂ ਰਹਿ ਰਹੇ ਹੋ ਇੱਥੇ, ਬੜੀ ਗੰਦਗੀ ਹੈ, ਬੜੇ ਗੰਦ ਦੇ ਵਿੱਚ ਲੋਕ ਰਹਿ ਰਹੇ ਨੇ, ਸਾਡਾ ਤੇ ਹੁਣ ਇੱਥੇ ਦਿਲ ਹੀ ਨਹੀਂ ਲੱਗਦਾ, ਸਾਨੂੰ ਤੇ ਤਾਂ ਪਾਣੀ ਹੀ ਸੂਟ ਨਹੀਂ ਆਉਂਦਾ। ਇਹਦਾ ਮਤਲਬ ਕੀ ਹੈ, ਹਜੇ ਤੇ ਬਾਹਰ ਗਏ ਹੀ ਨੇ, ਉਹ ਹੰਕਾਰ ਦੀ ਸੂਈ ਵਿੱਚ ਚੜ ਗਈ ਹੈ, ਉਹ ਜਿਹੜੀ ਹੰਕਾਰ ਦੀ ਸੀਮਾ ਹੈ ਉਹ ਵਿੱਚ ਵੜ ਗਈ ਹੈ। ਹੁਣ ਅਸਲ ਦੇ ਵਿੱਚ ਉਹ ਨਹੀਂ ਬੋਲ ਰਹੇ, ਜਿੱਥੇ ਉਹ ਰਹਿੰਦੇ ਨੇ ਜਿਹੜੀ ਪਦਵੀ ਉਹਨਾਂ ਪ੍ਰਾਪਤ ਕੀਤੀ, ਉਹ ਪਦਵੀ ਉਹਨਾਂ ਨੂੰ ਬੋਲਣ ਤੇ ਮਜਬੂਰ ਕਰ ਦਿੰਦੀ ਹੈ। ਜੋ ਕੁਝ ਇਸ ਕਰਕੇ ਸਾਧ ਸੰਗਤ ਈਸਾ ਮਸੀਹ ਇਹ ਗੱਲ ਕਹਿੰਦੇ ਨੇ, ਕਹਿੰਦੇ ਮੈਂ ਇਹ ਮੰਨ ਸਕਦਾ ਇੱਕ ਊਠ ਸੂਈ ਦੇ ਨੱਕੇ ਚੋਂ ਨਿਕਲ ਗਿਆ, ਪਰ ਮੈਂ ਇਹ ਨਹੀਂ ਮੰਨ ਸਕਦਾ ਜਿਸ ਦੇ ਕੋਲ ਬਹੁਤ ਜ਼ਿਆਦਾ ਧਨ ਹੈ ਤੇ ਉਹ ਹੰਕਾਰੀ ਨਾ ਹੋਵੇ। ਕੋਈ ਵਿਰਲਾ ਹੁੰਦਾ ਹੈ, ਕਰੋੜਾਂ ਦੇ ਵਿੱਚ ਕੋਈ ਵਿਰਲਾ ਇੱਕ, ਜਿਹਦੇ ਕੋਲ ਪਦਵੀ ਨਾ ਹੋਏ ਔਰ ਉਹਦਾ ਮਾਣ ਨਾ ਕਰੇ, ਕਰੋੜਾਂ ਵਿੱਚ ਇੱਕ। ਕਰੋੜਾਂ ਵਿੱਚ ਤਾਂ ਹੀ ਮਹਾਰਾਜ ਨੇ ਕਿਹਾ ਨਿਮਰਤਾ ਜਿਹੜਾ ਹੈ ਇਹ ਸਭ ਤੋਂ ਵੱਡਾ ਗੁਣ ਹੈ ਔਰ ਇਹੀ ਰੱਬ ਨੂੰ ਚੰਗੀ ਲੱਗਦੀ ਹੈ। ਮਨੁੱਖ ਦਾ ਹੰਕਾਰ ਖਲੋਂਦਾ ਹੈ ਵਿਦਿਆ ਦੇ ਉੱਤੇ, ਧਨ ਦੇ ਉੱਤੇ। ਮਹਾਰਾਜ ਕਹਿੰਦੇ ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ। ਇਹਨੂੰ ਸਮਝਣ ਦੀ ਲੋੜ ਹੈ। ਮਨੁੱਖ ਹੰਕਾਰ ਕਾਹਦਾ ਕਰਦਾ ਹੈ? ਪੈਸੇ ਦਾ ਕਰਦਾ ਹੈ। ਕਹਿੰਦੇ ਅਸਲ 'ਚ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ, ਇਹ ਪੈਸਾ ਜਿਹੜਾ ਹੈ ਤੂੰ ਨਹੀਂ ਬਣਾਇਆ, ਤੂੰ ਨਹੀਂ ਕਮਾਇਆ। ਤੇਰੇ ਕੋਲ ਪੈਸਾ ਹੈ, ਘਰ ਬਣਾਏ ਨੇ, ਉਹਦੇ ਬਣਨ ਦਾ ਕਾਰਨ ਇੱਕ ਹੀ ਹੈ, ਤੇਰੇ ਕੋਲ ਪਰਮਾਤਮਾ ਦਾ ਦਿੱਤਾ ਸਰੀਰ, ਤਨ ਤੇ ਮਨ ਹੈ। ਜੇ ਇਹ ਦੋਵੇਂ ਹੀ ਨਾ ਹੁੰਦੇ ਫਿਰ ਪੈਸਾ ਕਿੱਥੋਂ ਹੋਣਾ ਸੀ? ਤਾਂ ਹੀ ਮਹਾਰਾਜ ਜੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਜਿੰਨਾ ਵੀ ਮਨੁੱਖ ਕੋਲ ਮਨ ਹੈ, ਕਿਉਂਕਿ ਦੋਵਾਂ ਚੀਜ਼ਾਂ ਦੇ ਸੰਯੋਗ ਦੇ ਨਾਲ ਪੈਸਾ ਕਮਾਇਆ ਜਾਂਦਾ ਹੈ, ਮਨ ਦੇ ਨਾਲ ਤੇ ਤਨ ਦੇ ਨਾਲ। ਇੱਕ ਕੋਲ ਮਨੁੱਖ ਕੋਲ ਤਨ ਤੇ ਹੈ, ਚੰਗਾ ਮਨ ਨਹੀਂ ਹੈ, ਮਾਇਆ ਨਹੀਂ ਕਮਾ ਸਕਦਾ। ਉਸਦੇ ਕੋਲ ਬੁੱਧੀ ਨਹੀਂ ਹੈ, ਦਿਮਾਗ ਨਹੀਂ ਹੈ, ਪਰ ਤਨ ਹੈ। ਪਾਗਲ ਹੁੰਦੇ ਨੇ, ਤਨ ਤੇ ਹੁੰਦਾ, ਮਨ ਨਹੀਂ ਹੁੰਦਾ। ਪਾਗਲ ਫਿਰ ਕੋਈ ਕਮਾਈ ਨਹੀਂ ਕਰ ਸਕਦੇ। ਇੱਕ ਦੇ ਕੋਲ ਚੰਗਾ ਮਨ ਤੇ ਹੈ, ਤਨ ਨਹੀਂ ਹੈ, ਉਹ ਵੀ ਕਮਾਈ ਨਹੀਂ ਕਰ ਪਾਏਗਾ। ਕਈ ਵਾਰੀ ਹੁੰਦਾ ਹੈ ਮਨੁੱਖ ਦਾ ਉੱਤੋਂ ਥੱਲੋਂ ਸਰੀਰ ਸਾਰਾ ਖਰਾਬ ਹੁੰਦਾ ਹੈ, ਫਿਰ ਮਨ ਹੁੰਦਾ ਹੈ, ਬੁੱਧੀ ਉਹਦੀ ਠੀਕ ਹੁੰਦੀ ਹੈ। ਹੁਣ ਉਹਦੇ ਵਾਸਤੇ ਵੀ ਤਨ ਚਾਹੀਦਾ। ਹੁਣ ਜਿਹਦੇ ਕੋਲ ਤਨ ਹੈ ਤੇ ਮਨ ਹੈ, ਦੋਵੇਂ ਚੀਜ਼ਾਂ ਹੈਗੀਆਂ ਨੇ, ਫਿਰ ਜਿਹੜਾ ਧਨ ਵੀ ਹੈ ਉਹ ਪਰਮਾਤਮਾ ਦਾ ਹੈ। ਚੰਗਾ ਮਨ ਹੈ, ਚੰਗਾ ਤਨ ਹੈ, ਇਹ ਦੋਵੇਂ ਇਕੱਠੇ ਨੇ, ਦੋਵਾਂ ਦੇ ਸੰਯੋਗ ਦੇ ਨਾਲ ਮਾਇਆ ਇਕੱਠੀ ਹੁੰਦੀ ਹੈ, ਉਵੇਂ ਹੁੰਦੀ ਹੀ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਉਹਦਾ ਹੀ ਹੈ ਤਨ। ਇਸ ਕਰਕੇ ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ। ਜਿੰਨੀ ਵੀ ਮਾਇਆ ਮਨੁੱਖ ਨੂੰ ਮਿਲੀ ਹੈ ਇਹ ਉਹ ਪਰਮਾਤਮਾ ਦੀ ਹੀ ਦਿੱਤੀ ਹੋਈ ਹੈ। ਅਗਲੀ ਗੱਲ, ਮਨੁੱਖ ਜਿਹੜਾ ਹੰਕਾਰ ਖਲੋਂਦਾ ਹੈ, ਜੇ ਮਨੁੱਖ ਕੋਈ ਵੱਡਾ ਸੂਰਮਾ ਹੋਏ, ਜੇ ਵੱਡਾ ਸੂਰਮਾ ਹੋਏਗਾ, ਉੱਥੇ ਮਨੁੱਖ ਸੋਚੇਗਾ ਮੈਂ ਤੇ ਵੱਡਾ ਸੂਰਮਾ ਬਣ ਗਿਆ ਹਾਂ, ਮੇਰੇ ਤੋਂ ਵੱਡਾ ਦੁਨੀਆ ਸੂਰਮਾ ਕੌਣ ਹੈ? ਸੂਰਮੇ ਦੀ ਗੱਲ ਤੋਂ ਯਾਦ ਆਉਂਦਾ ਇੱਕ ਵਾਰੀ ਅਰਜੁਨ ਦੀ ਗੱਲ। ਅਰਜੁਨ ਬੜਾ ਵੱਡਾ ਸੂਰਮਾ ਹੀ ਸੀ। ਸੂਰਮਾ ਹੋਣ ਦੇ ਕਰਕੇ ਕ੍ਰਿਸ਼ਨ ਜੀ ਉਹਦੇ ਸਾਰਥੀ ਵੀ ਸਨ। ਪਰ ਰੋਜ਼ ਦੀ ਰੋਜ਼ ਹੌਲੀ ਹੌਲੀ ਉਹਨੂੰ ਇਹ ਹੰਕਾਰ ਹੋ ਗਿਆ, ਮੇਰਾ ਤੇ ਸਾਰਥੀ ਸ਼੍ਰੀ ਕ੍ਰਿਸ਼ਨ ਹੈ। ਉਹ ਕਹਿੰਦਾ ਕ੍ਰਿਸ਼ਨ ਜੀ ਨੂੰ ਤੂੰ ਐਵੇਂ ਕਰੀ, ਇਹ ਘੋੜਿਆਂ ਤੇ ਖਰਖਰਾ ਵੀ ਹੁਣ ਤੁਸੀਂ ਹੀ ਮਾਰਨਾ ਹੈ, ਤੁਸੀਂ ਮਾਰਿਆ ਕਰੋ ਘੋੜਿਆਂ ਤੇ, ਇਹ ਘੋੜਿਆਂ ਦੀ ਸਾਫ ਸਫਾਈ ਤੁਸੀਂ ਕਰਨੀ ਹੈ। ਕ੍ਰਿਸ਼ਨ ਜੀ ਸੋਚਦੇ ਨੇ ਹੰਕਾਰ ਦੀ ਸੀਮਾ ਜਿਹੜੀ ਇਹ ਵੱਧ ਗਈ ਹੈ, ਹੁਣ ਇਹਨੂੰ ਥੱਲੇ ਕਰਨਾ ਚਾਹੀਦਾ।
ਐਵੇਂ तेरी ਜ਼ਿੰਦਗੀ ਖਰਾਬ ਹੋ ਜਾਏਗੀ। ਕਹਿੰਦੇ ਇੱਕ ਦਿਨ ਜੰਗਲ ਦੇ ਵਿੱਚ ਉਹ ਜਾ ਰਹੇ ਸਨ, ਅੱਗੇ ਜੰਗਲ 'ਚ ਰੱਥ ਜਾ ਰਿਹਾ ਸੀ, ਅੱਗੇ ਕੋਈ ਚੀਜ਼ ਆਈ, ਰੱਥ ਪਲਟ ਗਿਆ। ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਨੇ, ਜਾ ਅਰਜੁਨ, ਮੈਨੂੰ ਤੇ ਪਾਣੀ ਦੀ ਲੋੜ ਹੈ, ਸੱਟ ਬੜੀ ਵੱਜੀ ਹੈ, ਜਾਂ ਪਾਣੀ ਲਾਇਆ ਇੱਥੋਂ ਕਿਤੋਂ। ਗਏ ਨੇ ਜੰਗਲ ਬਿਆਬਾਨ, ਉੱਥੇ ਇੱਕ ਝੁੱਗੀ ਪਈ ਹੋਈ ਹੈ, ਝੌਂਪੜੀ ਪਈ ਹੋਈ ਹੈ, ਉਹਦੇ ਵਿੱਚ ਗਏ। ਉੱਥੇ ਇੱਕ ਬੁੱਢੀ ਮਾਈ ਰਹਿੰਦੀ ਹੈ, ਇੰਨੀ ਬੁੱਢੀ ਹੈ ਜਿਹਦੇ ਅੱਖਾਂ ਦੇ ਵਾਲ ਵੀ ਬੜੇ ਵੱਡੇ ਵੱਡੇ ਨੇ, ਬਹੁਤ ਬੁੱਢੀ, ਚੱਲਿਆ ਵੀ ਨਹੀਂ ਜਾਂਦਾ। ਉੱਥੇ ਇੱਕ ਕਿਰਪਾਨ ਪਈ ਹੈ ਤੇ ਇੱਕ ਤੀਰ ਪਿਆ ਹੈ। ਕਿਉਂਕਿ ਅਰਜੁਨ ਛਤਰੀਆ ਸੀ, ਉਹ ਸੋਚਦਾ ਕਿਰਪਾਨ ਤੇ ਵੇਖੀ ਜਿਵੇਂ ਕੋਈ ਕਿਤਾਬ ਪਈ ਹੋਏ। ਜਿਹੜੇ ਮਨੁੱਖ ਕਿਤਾਬਾਂ ਪੜ੍ਹਦੇ ਨੇ ਵੇਖ ਲੈਂਦੇ ਨੇ ਵੀ ਕਿਤਾਬ ਵਧੀਆ, ਪੜ੍ਹ ਕੇ ਵੇਖਾਂ। ਕਿਉਂਕਿ ਜੈਸੀ ਮਨੁੱਖ ਦੀ ਰੁਚੀ ਹੁੰਦੀ ਹੈ, ਉਸ ਚੀਜ਼ ਵੱਲ ਧੱਕੇ ਨਾਲ ਹੀ ਝੁਕ ਜਾਂਦਾ। ਸੂਰਮਾ ਹੀ ਸੋਚਦਾ ਹੈ ਕਿਰਪਾਨ ਦਾ ਤੇ ਟੈਸਟ ਕਰਾਂ ਕੈਸੀ ਹੈ। ਕਿਰਪਾਨ ਨੂੰ ਖਿੱਚਣ ਲੱਗਦਾ, ਬੜਾ ਜ਼ੋਰ ਲਾਉਂਦਾ, ਕਿਰਪਾਨ ਖਿੱਚੀ ਨਹੀਂ ਜਾਂਦੀ। ਬੜੇ ਜ਼ੋਰ ਤੋਂ ਲਾਉਣ ਤੋਂ ਕਹਿੰਦਾ ਚਲੋ ਇਹ ਤੇ ਨਹੀਂ ਖਿੱਚੀ ਗਈ, ਇਹ ਤੀਰ ਵੇਖਣਾ ਹਾਂ। ਤੀਰ ਵੇਖਿਆ, ਤੀਰ ਦੇ ਉੱਤੇ ਜਿਹੜਾ ਚਿੱਲਾ ਚੜਾਈ ਦਾ ਉਹਨੂੰ ਚੜਾਉਣ ਲੱਗਿਆ, ਨਾ ਚੜੇ। ਪਤਿਅੰਚਾ ਉਹਦੀ ਜਿਹੜੀ ਹੈ ਉਹ ਨਾ ਚੜੇ। ਬੜਾ ਜ਼ੋਰ ਲਗਾਇਆ, ਨਾ ਚੜੀ। ਅੰਤ ਨੂੰ ਉੱਥੇ ਹੀ ਛੱਡ ਦੇ। ਇੰਨੇ 'ਚੋਂ ਬਜ਼ੁਰਗ ਮਾਈ ਆਈ, ਕਹਿੰਦੀ ਬੇਟਾ ਕੀ ਵੇਖਦਾ? ਕਹਿੰਦੇ ਕਿਰਪਾਨਾਂ ਵੇਖ ਰਿਹਾ ਹਾਂ। ਕਹਿੰਦੇ ਕੱਢ ਕੇ ਵੇਖ ਲੈ। ਕਹਿੰਦੇ ਨਿਕਲੀ ਨਹੀਂ। ਉਹ ਬੀਬੀ ਨੇ ਐਵੇਂ ਫੜੀ ਜਿਵੇਂ ਕੱਢ ਦਿੱਤੀ, ਜਿਵੇਂ ਮੱਖਣ 'ਚੋਂ ਵਾਲ ਕੱਢ ਦਿੱਤਾ, ਐਵੇਂ ਫੜ ਦਿੱਤੀ। ਅਰਜੁਨ ਕਹਿੰਦਾ ਕਮਾਲ ਹੈ, ਮੈਂ ਏਡਾ ਤਕੜਾ ਯੋਧਾ ਹਾਂ, ਮੇਰੀਆਂ ਤੇ ਬਾਹਾਂ ਦੇ ਵਿੱਚ ਬੜਾ ਬਾਹੂਬਲ ਹੈ, ਤੇ ਬਜ਼ੁਰਗ ਜੀ ਮਾਈ ਇਹਨੇ ਕੱਢ ਦਿੱਤਾ ਫੜ ਕੇ। ਕਹਿੰਦੀ ਇਹ ਤੀਰ ਵੀ ਵੇਖਿਆ? ਕਹਿੰਦੇ ਵੇਖਿਆ। ਉਹਨੇ ਮਿੰਟ ਦੇ ਵਿੱਚ ਧਾਗਾ ਪਾਇਆ ਦੇ ਉੱਤੇ ਪਾ ਦਿੱਤਾ। ਉਹ ਕਹਿੰਦੀ ਹੈ ਬੀਬੀ ਤੂੰ ਤੇ ਏਡੀ ਵੱਡੀ ਸੂਰਮਾ ਹੈ, ਦੁਸ਼ਧਾਰੀ ਹੈ, ਬਜ਼ੁਰਗ ਹੈ, ਇੱਥੇ ਕੀ ਕਰਦੀ ਹੈ? ਕਾਹਦੇ ਵਾਸਤੇ ਇਹ ਰੱਖੇ ਨੇ? ਕਹਿੰਦੇ ਇੱਕ ਅਰਜੁਨ ਨਾਂ ਦਾ ਛਤਰੀਆ ਹੈ, ਉਹ ਸ਼੍ਰੀ ਕ੍ਰਿਸ਼ਨ ਤੋਂ ਘੋੜਿਆਂ ਦੀ ਸੇਵਾ ਕਰਾਉਂਦਾ, ਉਹਦਾ ਹੰਕਾਰ ਦੂਰ ਕਰਨ ਲਈ ਰੱਖੇ ਨੇ। ਜਿੱਦਣ ਉਹ ਮਿਲ ਗਿਆ ਉਹਦੀ ਧੁਨ ਵੱਢ ਦਿਆਂਗੇ। ਨਾਲੋਂ ਨਾਲ ਹੀ ਭੱਜ ਪਿਆ ਵਾਪਸ। ਭਾਵ ਇਹ ਪਰਮਾਤਮਾ ਕਿਸੇ ਦਾ ਹੰਕਾਰ ਕਿਸੇ ਵੀ ਗੱਲ ਤੇ ਨਹੀਂ ਰਹਿਣ ਦਿੰਦਾ। ਇਹ ਯਾਦ ਰੱਖਣ ਦੀ ਗੱਲ ਹੈ। ਮਨੁੱਖ ਕਈ ਵਾਰੀ ਜ਼ਿੰਦਗੀ 'ਚ ਸੋਚ ਲੈਂਦਾ ਹੈ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ, ਮੇਰੇ ਤੋਂ ਜ਼ਿਆਦਾ ਮਾਇਆ ਕਿਸੇ ਕੋਲ ਨਹੀਂ। ਮਹਾਰਾਜ ਅਤ ਸੂਰਾ ਜੇ ਕੋਊ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਉਸ ਦੇ ਅੰਦਰ ਪ੍ਰਭੂ ਦੀ ਕਲਾ, ਉਹਦੇ ਸਵਾਸ ਚੱਲ ਰਹੇ ਨੇ, ਤਾਂ ਹੀ ਉਹ ਸੂਰਮਾ ਹੈ, ਉਵੇਂ ਨਹੀਂ ਹੈ। ਉਹਦੀ ਸੂਰਮਤਾ ਹੀ ਤਾਂ ਹੈ, ਉਹਦੇ ਅੰਦਰ ਪਰਮਾਤਮਾ ਦੀ ਜੋਤ ਹੈ। ਇਸ ਕਰਕੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਮਨੁੱਖ ਦੀ ਜ਼ਿੰਦਗੀ ਜੀ ਰਿਹਾ ਹੈ, ਉਹ ਕਿਸੇ ਨਾ ਕਿਸੇ ਇੱਕ ਹੰਕਾਰ ਤੇ ਜ਼ਰੂਰ ਖੜੀ ਹੈ। ਜਾਂ ਤੇ ਰੂਪ ਦੇ ਹੰਕਾਰ ਤੇ ਖੜੀ ਹੈ, ਜਾਂ ਧਨ ਦੇ ਹੰਕਾਰ ਤੇ ਖੜੀ ਹੈ, ਜਾਂ ਕੋਈ ਉਹਦੇ ਵਿੱਚ ਕਲਾ ਹੈ ਪਰਮਾਤਮਾ ਦੀ ਦਿੱਤੀ ਹੋਈ। ਔਰ ਪਰਮਾਤਮਾ ਕਿੱਡਾ ਵੱਡਾ ਕਲਾਕਾਰ ਹੈ। ਇੱਥੇ ਤੇ ਜਿਹੜੇ ਮਨੁੱਖ ਦੁਨੀਆ ਦੇ ਉੱਤੇ ਇੱਕ ਛੋਟਾ ਜਿਹਾ ਛੰਦ ਬਣਾ ਲੈਣ, ਉਹਦਾ ਹੰਕਾਰ ਕਰ ਲੈਂਦੇ ਨੇ। ਔਰ ਮੈਂ ਤੇ ਕਈ ਵਾਰੀ ਕਹਿਣਾ ਹੁੰਦਾ, ਗੁਰਬਾਣੀ ਦੇ ਕਿੱਡੇ ਵੱਡੇ ਵੱਡੇ ਸ਼ਬਦ ਨੇ। ਇੱਕ ਮਨੁੱਖ ਨੂੰ, ਕਈਆਂ ਨੂੰ ਐਸਾ ਹੁੰਦਾ ਹੈ ਹੰਕਾਰ ਦਾ ਹੀ ਸ਼ਬਦ ਹੈ, ਔਰ ਸ਼ਬਦ ਬੜਾ ਵੱਡਾ ਹੈ, ਉਹ ਸ਼ਬਦ ਹੀ ਯਾਦ ਕਰਨ, ਉਹ ਯਾਦ ਕਰਨ ਦਾ ਹੀ ਹੰਕਾਰ ਹੋ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਰੀ ਬਾਣੀ ਰਚੀ, ਸਭ ਕੁਝ ਰਚ ਕੇ ਅੰਤ ਦੇ ਵਿੱਚ ਲਿਖਿਆ ਮੁੰਦਾਵਣੀ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਬਾਣੀ ਪੜ੍ਹਦੇ ਆ, ਸਮਾਪਤੀ ਇੱਥੇ ਹੁੰਦੀ ਹੈ ਮੁੰਦਾਵਣੀ ਦੇ, ਉੱਤੋਂ ਅੱਗੇ ਰਾਗਮਾਲਾ ਚੱਲਦੀ ਹੈ। ਹੇ ਪਰਮਾਤਮਾ, ਮਹਾਰਾਜ ਨੇ ਅਰਦਾਸ ਕੀਤੀ, ਤੇਰਾ ਕੀਤਾ ਕਿਹਾ ਨਹੀਂ ਜਾ ਸਕਦਾ, ਮੇਰੇ ਅੰਦਰ ਤੇ ਗੁਣ ਹੀ ਕੋਈ ਨਹੀਂ ਸੀ। ਏਡੀ ਵੱਡੀ ਬਾਣੀ ਤੂੰ ਮੇਰੇ ਤੋਂ ਲਿਖਵਾਈ ਹੈ। ਹੁਣ ਜਿਹੜੇ ਅੱਜ ਇਸ ਬਾਣੀ ਦੇ ਅਰਥ ਕਰਦੇ ਨੇ, ਕਈਆਂ ਨੂੰ ਅਰਥਾਂ ਦਾ ਹੀ ਹੰਕਾਰ ਹੈ। ਔਰ ਅਰਥ ਕੀ ਕਹਿੰਦਾ? ਹੰਕਾਰ ਨਾ ਕਰ। ਜਿਨ੍ਹਾਂ ਨੇ ਬਾਣੀ ਲਿਖੀ ਹੈ ਉਹ ਤੇ ਇਹ ਕਹਿੰਦੇ ਨੇ ਅਸੀਂ ਤੇ ਕੁਝ ਵੀ ਨਹੀਂ ਜਾਣਦੇ, ਅਸੀਂ ਤੇ ਅਣਜਾਣ ਹਾਂ, ਅਸੀਂ ਤੇ ਨਿਰਗੁਣੇ ਆ ਰਹੇ ਹਾਂ, ਗੁਣ ਹੀ ਕੋਈ ਨਹੀਂ। ਪਰ ਅੱਜ ਦੀ ਦੁਨੀਆ ਦੇ ਵਿੱਚ
ਮਨੁੱਖ ਜਿਸ ਨੂੰ ਇਤਿਹਾਸ ਦਾ ਪ੍ਰੋਫੈਸਰ ਹੈ, ਇਤਿਹਾਸ ਦੇ ਬਾਰੇ ਨੌਲੇਜ ਹੈ, ਉਹ ਇਤਿਹਾਸ ਦੇ ਯਾਦ ਹੋਣ ਤੇ ਹੀ ਹੰਕਾਰ ਕਰੀ ਜਾਂਦਾ। ਮੈਨੂੰ ਇਤਿਹਾਸ ਯਾਦ ਹੈ, ਪਰ ਇਤਿਹਾਸ ਦੇ ਵਿੱਚ ਕੈਸੀਆਂ ਘਟਨਾਵਾਂ ਨੇ ਜਿਨ੍ਹਾਂ ਵਿੱਚ ਇਹ ਵੀ ਆਇਆ ਹੋਏਗਾ ਹੰਕਾਰ ਨਹੀਂ ਕਰਨਾ ਚਾਹੀਦਾ। ਉਹ ਘਟਨਾਵਾਂ ਯਾਦ ਨਹੀਂ, ਉਹਨੂੰ ਇਤਿਹਾਸ ਯਾਦ ਹੋਣ ਦਾ ਹੀ ਹੰਕਾਰ ਹੈ। ਗੁਰਬਾਣੀ ਜਿੱਥੇ ਮਨੁੱਖ ਨੂੰ ਠੀਕ ਕਰਦੀ ਹੈ, ਮਨੁੱਖ ਨੂੰ ਗੁਰਬਾਣੀ ਕਈ ਵਾਰੀ ਯਾਦ ਹੋਣ ਦਾ ਹੀ ਤੇ ਗੁਰਬਾਣੀ ਪੜ੍ਹਨ ਦਾ ਹੀ ਹੰਕਾਰ ਹੈ। ਮੈਂ ਤੇ ਰੋਜ਼ ਪੜ੍ਹਦਾ, ਇਹ ਤੇ ਪੜ੍ਹਦੇ ਹੀ ਨਹੀਂ। ਮੈਨੂੰ ਯਾਦ ਹੁੰਦਾ ਸ਼ੇਖ ਸਾਦੀ ਇੱਕ ਵਾਰੀ ਆਪਣੇ ਪਿਤਾ ਨਾਲ ਗਏ, ਰਾਤ ਨੂੰ ਖੜੇ ਸਨ ਤੇ ਰਾਤ ਨੂੰ ਜਦੋਂ ਸਵੇਰੇ ਨਮਾਜ਼ ਦਾ ਟਾਈਮ ਹੋਇਆ, ਸਾਰੇ ਲੋਕ ਸੁੱਤੇ ਹੋਏ, ਉਹ ਦੋਵੇਂ ਪਿਤਾ ਪੁੱਤਰ ਜਾਗ ਰਹੇ ਸਨ। ਕਹਿੰਦਾ ਪਿਤਾ ਜੀ ਕੈਸੇ ਲੋਕ ਨੇ। ਉਧਰੋਂ ਨਮਾਜ਼ ਦਾ ਟਾਈਮ ਹੋ ਗਿਆ, ਸਾਰੇ ਸੁੱਤੇ ਹੋਏ ਨੇ, ਅਸੀਂ ਨਮਾਜ਼ ਪੜ੍ਹ ਰਹੇ ਹਾਂ, ਇਹ ਧਰਮੀ ਨਹੀਂ ਹਨ। ਉਹਦਾ ਪਿਤਾ ਕਹਿੰਦਾ ਬੇਟਾ ਠੀਕ ਇਹ ਹੁੰਦਾ ਤੂੰ ਵੀ ਸੁੱਤਾ ਹੀ ਹੁੰਦਾ। ਕਹਿੰਦੇ ਕਿਉਂ? ਕਹਿੰਦੇ ਘੱਟੋ ਘੱਟ ਤੂੰ ਇਹਨਾਂ ਤੇ ਇਹ ਗੱਲ ਤੇ ਨਾ ਕਰਦਾ। ਇਹ ਜਿਹੜੀ ਤੂੰ ਗੱਲ ਕਰ ਰਹੇ ਹੈ ਇਹ ਤੇਰੀ ਨਮਾਜ਼ ਪੜ੍ਹਨ ਨਾਲੋਂ ਵੀ ਖਤਰਨਾਕ ਹੈ। ਨਮਾਜ਼ ਪੜ੍ਹਨ ਨੇ ਇੰਨਾ ਫਲ ਨਹੀਂ ਦੇਣਾ ਜਿੱਡੀ ਤੂੰ ਇਹ ਗੱਲ ਕਰ ਦਿੱਤੀ ਹੈ। ਤੂੰ ਪੜ੍ਹ ਕੇ ਉਸ ਦਾ ਹੰਕਾਰ ਕਰ ਰਹੇ ਹੈ, ਇਹ ਸਭ ਤੋਂ ਮਾੜਾ ਹੈ। ਜੋ ਤੂੰ ਪੜ੍ਹਿਆ ਹੈ ਉਹ ਤੇ ਵਿਅਰਥ ਗਿਆ। ਤੇਰਾ ਪੜ੍ਹਿਆ ਕਿਸੇ ਕੰਮ ਦਾ ਨਹੀਂ, ਕਿਉਂਕਿ ਪੜ੍ਹ ਕੇ ਤੈਨੂੰ ਇਹੀ ਪਤਾ ਨਹੀਂ ਲੱਗਾ ਸਭ ਕੁਝ ਤੇ ਪਰਮਾਤਮਾ ਦੀ ਖੇਡ ਹੈ। ਸਾਰਾ ਕੁਝ ਤੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ, ਤੈਨੂੰ ਇਹੀ ਪਤਾ ਨਹੀਂ ਲੱਗਾ। ਕਹਿੰਦੇ ਤੇਰਾ ਇਹ ਹੰਕਾਰ ਕਰਨਾ ਹੀ ਮਾੜਾ ਹੈ, ਤੂੰ ਇਸ ਤੋਂ ਚੰਗਾ ਸੁੱਤਾ ਹੀ ਹੁੰਦਾ, ਉਹ ਠੀਕ ਸੀ। ਇਸ ਕਰਕੇ ਸਾਧ ਸੰਗਤ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਨੁੱਖ ਆਪਣੀ ਜ਼ਿੰਦਗੀ ਜਿਉ ਰਿਹਾ ਹੈ ਰੋਜ਼ ਰੋਜ਼ ਹੰਕਾਰ ਨੂੰ ਤਕੜਾ ਕਰਨ ਦੇ ਲਈ। ਔਰ ਗੁਰੂ ਮਹਾਰਾਜ ਜੀ ਇਹ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਨੂੰ ਜੋਗ ਕੀਤਾ ਤੂੰ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਇਹ ਪ੍ਰਮਾਤਮਾ ਤੇਰਾ ਤਰਸ ਹੀ ਪਿਆ ਹੈ, ਤੂੰ ਮੈਨੂੰ ਗੁਰੂ ਮਿਲਾਇਆ ਹੈ ਤੇ ਇਹ ਮੇਰੇ ਤੋਂ ਲਿਖਵਾ ਲਿਆ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਬਾਣੀ ਉਤਰਦੀ ਹੈ ਔਰ ਇਹ ਨਹੀਂ ਕਹਿੰਦੇ ਇਹ ਗੁਰਬਾਣੀ ਮੇਰੀ, ਅਸੀਂ ਕਹਿੰਦੇ ਹਾਂ ਗੁਰਬਾਣੀ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਮੇਰੀ ਬਾਣੀ ਤੇ ਹੈ ਹੀ ਨਹੀਂ। ਇਹ ਮੇਰੀ ਬਾਣੀ ਨਹੀਂ ਹੈ, ਇਹ ਤੇ ਪ੍ਰਮਾਤਮਾ ਦੀ ਬਾਣੀ ਹੈ, ਮੇਰੀ ਨਹੀਂ ਹੈ। ਉੱਥੇ ਇਹ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਬਾਣੀ ਵੀ ਲਿਖ ਰਹੇ ਨੇ, ਮੇਰਾ ਮੁਝ ਮੈਂ ਕਿਛ ਨਹੀਂ। ਇਹ ਬਾਣੀ ਮੇਰੀ ਨਹੀਂ ਹੈ, ਉਹਦੀ ਬਾਣੀ ਹੈ, ਉਹਦਾ ਖੇਡ ਹੈ ਸਾਰਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਲਾਲੋ, ਜੈਸੀ ਮੈਨੂੰ ਖਸਮ ਦੀ ਬਾਣੀ ਆ ਰਹੀ ਹੈ ਉਵੇਂ ਇਹਦਾ ਗਿਆਨ ਲੋਕਾਂ ਨੂੰ ਕਰਾਈ। ਇਹ ਬਾਣੀ ਮੇਰੀ ਨਹੀਂ ਹੈ, ਬਾਣੀ ਦਾ ਵੀ ਹੰਕਾਰ ਨਹੀਂ। ਪਰ ਉਹਨਾਂ ਦੀ ਬਾਣੀ ਦੇ 4 ਸ਼ਬਦ ਯਾਦ ਕਰਕੇ, ਉਹਦੇ ਅਰਥ ਯਾਦ ਕਰਕੇ ਮਨੁੱਖ ਇਹ ਕਹਿ ਦਿੰਦਾ ਹੈ ਹੁਣ ਮੇਰੇ ਤੋਂ ਸਰਵ ਸ੍ਰਿਸ਼ਟੀ ਕੋਈ ਨਹੀਂ, ਕਿਉਂਕਿ ਮੈਨੂੰ ਬਾਣੀ ਦੇ ਅਰਥ ਯਾਦ ਨੇ। ਕਮਾਲ ਦੀ ਗੱਲ ਹੋ ਗਈ। ਜਿੰਨਾ ਲਿਖੀ ਹੈ, ਜਿੰਨਾ ਅਨੁਭਵ ਕੀਤੀ ਹੈ, ਉਹ ਕਹਿੰਦੇ ਸਾਡੀ ਤੇ ਹੈ ਹੀ ਨਹੀਂ, ਇਹ ਤੇ ਰੱਬ ਦੀ ਬਾਣੀ ਹੈ। ਉਹਦੇ 4 ਹੀ ਅਰਥ ਯਾਦ ਕਰਕੇ ਮਨੁੱਖ ਕਹਿ ਦਿੰਦਾ ਮੇਰੇ ਤੋਂ ਵੱਡਾ ਮਹਾਂਗਿਆਨੀ ਕੋਈ ਨਹੀਂ। ਇਹਨਾਂ ਸਾਰਿਆਂ ਨੂੰ ਕੀ ਪਤਾ ਹੈ? ਇੱਥੇ ਤੇ ਕਿਸੇ ਨੂੰ ਵਿਸ਼ਰਾਮ ਲਾਉਣੇ ਨਹੀਂ ਆਉਂਦੇ, ਇੱਥੇ ਤੇ ਕਿਸੇ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਅੱਗੇ ਮਹਾਰਾਜ ਕਹਿੰਦੇ ਨੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੇਗਾ ਵਾਰ। ਜੇ ਕੋਈ ਮਨੁੱਖ ਦੁਨੀਆ ਤੇ ਰੱਬ ਕੋਲੋਂ ਮਾਇਆ ਕਮਾਈ ਹੈ ਤੇ ਫਿਰ ਦਾਤਾ ਬਣ ਕੇ ਬਹਿ ਗਿਆ। ਅਸੀਂ ਤੇ ਇੰਨਾ ਦਾਨ ਗੁਰਦੁਆਰੇ ਮੰਦਰ ਮਸਜਿਦ ਦੇ ਦਿੰਦੇ ਹਾਂ, ਦਾਤਾ ਬਣ ਕੇ ਬਹਿ ਗਿਆ। ਬਾਣੀ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਗੱਲ ਯਾਦ ਰੱਖਣਾ, ਦੁਨੀਆ ਦੇ ਵਿੱਚ ਕੋਈ ਵੀ ਦਾਤਾ ਦੇਣ ਵਾਲਾ ਨਹੀਂ ਹੈ, ਜਗਤ ਸਾਰਾ ਭਿਖਾਰੀਆਂ ਦਾ ਹੈ। ਕੋਈ ਛੋਟਾ ਭਿਖਾਰੀ ਹੈ, ਕੋਈ ਵੱਡਾ ਭਿਖਾਰੀ ਹੈ, ਬਸ ਗੱਲ ਇੰਨੀ ਹੈ। ਕਿਸੇ ਨੂੰ 100 ਦੀ ਲੋੜ ਹੈ, 100 ਰੁਪਏ ਦਾ ਭਿਖਾਰੀ ਹੈ। ਹੁਣ ਕਿਸੇ ਨੂੰ ਕਰੋੜ ਦੀ ਲੋੜ ਹੈ, ਉਹ ਹੈ ਤੇ ਉਹ ਵੀ ਭਿਖਾਰੀ। ਮੰਨ ਲਓ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ, 2 ਮਨੁੱਖ ਨੇ, ਇੱਕ ਵੱਡੀ ਗੱਡੀ ਦੇ ਵਿੱਚ ਹੈ ਬੈਠਾ ਹੈ, ਉਹ ਵੀ ਸੋਚ ਰਿਹਾ ਹੋਰ ਜ਼ਿਆਦਾ ਧਨ ਮਿਲ ਜਾਏ। ਇੱਕ ਵਿਚਾਰਾ ਰੋਡ ਤੇ ਜਾ ਰਿਹਾ ਹੈ, ਰੋਟੀ ਦੇ ਲਾਲੇ ਪਏ ਨੇ, ਉਹ ਵੀ ਕਹਿੰਦਾ ਧਨ ਮਿਲ ਜਾਏ। ਬਸ ਯਾਦ ਇਹ ਰੱਖਣਾ
ਦੋਵਾਂ ਦੇ ਵਿੱਚ ਫਰਕ ਕੋਈ ਨਹੀਂ ਹੈ, ਦੋਵੇਂ ਭਿਖਾਰੀ ਨੇ। ਉਹ ਤੇ ਹੈ ਹੀ ਭਿਖਾਰੀ, ਉਹ ਤੇ ਰੋਡ ਤੇ ਚੱਲਦਾ ਭਿਖਾਰੀ, ਉਹ ਵਿੱਚ ਬੈਠਾ ਭਿਖਾਰੀ ਹੈ। ਇੱਕ ਹੈਲੀਕਾਪਟਰ ਤੇ ਉੱਡ ਕੇ ਜਾ ਰਿਹਾ ਹੈ ਤੇ ਅੰਦਰ ਵਿਚਾਰ ਇਹੀ ਚੱਲ ਰਿਹਾ ਹੈ, ਹਜੇ ਤੱਕ ਕੁਝ ਗੱਲ ਬਣੀ ਨਹੀਂ ਹੈ, ਹੋਰ ਕਿਤੇ ਵੱਡਾ ਮਾਲ ਮਿਲ ਜਾਏ ਫਿਰ ਗੱਲ ਸੌਖੀ ਹੋ ਜਾਏਗੀ। ਹੁਣ ਅਸਲ ਦੇ ਵਿੱਚ ਭਿਖਾਰੀ ਕੌਣ ਹੈ? ਜਿਹਦੇ ਵਿੱਚ ਮੰਗਤਾ ਪੁਣਾ ਹਜੇ ਤਾਈਂ ਹੈ, ਜਿਹਦੇ ਵਿੱਚ ਮੰਗਣ ਦੀ ਚਾਹ ਹੈ, ਉਹ ਭਿਖਾਰੀ ਹੈ, ਮੰਨ ਲੈਣਾ ਚਾਹੀਦਾ। ਇਸ ਕਰਕੇ ਦੁਨੀਆ ਤੇ ਦਾਨ ਕਦੇ ਵੀ ਨਹੀਂ ਹੋ ਸਕਦਾ। ਕੋਈ ਮਨੁੱਖ ਨਾ ਗੁਰਦੁਆਰੇ ਦਾਨ ਕਰ ਸਕਦਾ, ਨਾ ਮੰਦਰ ਦਾਨ ਕਰ ਸਕਦਾ, ਨਾ ਮਸਜਿਦ ਦਾਨ ਕਰ ਸਕਦਾ। ਦਾਨ ਨਹੀਂ ਹੋ ਸਕਦਾ। ਇੱਕ ਫਕੀਰ ਦੇ ਸਾਹਮਣੇ ਕਿਸੇ ਨੇ ਆ ਕੇ ਥੋੜੇ ਜਿਹੇ ਪੈਸੇ ਰੱਖੇ, ਅਮੀਰ ਮਨੁੱਖ ਸੀ, ਰੱਖੇ ਕੀ ਆ ਕੇ ਸੁੱਟ ਦਿੱਤੇ, ਸੋਨੇ ਦੀ ਭਰੀ ਥੈਲੀ ਸੁੱਟ ਦਿੱਤੀ। ਕਹਿੰਦਾ ਤੈਨੂੰ ਅਕਲ ਨਹੀਂ ਹੈ, ਕਿਵੇਂ ਪੈਸੇ ਰੱਖੀਦੇ ਨੇ? ਕਹਿੰਦਾ ਕਮਾਲ ਦੀ ਗੱਲ ਹੋ ਗਈ, ਮੈਂ ਤੈਨੂੰ ਸੋਨਾ ਦੇ ਕੇ ਜਾ ਰਿਹਾ, ਇਹ ਅੱਗੋਂ ਬੋਲਦਾ ਕਿਵੇਂ ਹੈ? ਹੰਕਾਰ। ਅੰਦਰ ਇਹ ਗੱਲ ਆਈ, ਹੰਕਾਰ ਕਰਦਾ ਹੈ। ਹੁਣ ਜਿਹੜਾ ਫਕੀਰ ਬੈਠਾ ਸੀ ਉਹਨੇ ਕੁਛ ਨਾ ਕਿਹਾ, ਪੈਸੇ ਰੱਖ ਕੇ ਬੈਠਾ ਰਿਹਾ। ਉੱਠ ਕੇ ਚੱਲਣ ਲੱਗਾ, ਕਹਿੰਦਾ ਤੂੰ ਮੇਰਾ ਧੰਨਵਾਦ ਨਹੀਂ ਕਰੇਂਗਾ? ਧੰਨਵਾਦ ਤੇ ਤੈਨੂੰ ਕਰਨਾ ਚਾਹੀਦਾ, ਮੈਂ ਤੈਨੂੰ ਪੈਸੇ ਦੇ ਰਿਹਾ। ਕਹਿੰਦਾ ਨਹੀਂ, ਧੰਨਵਾਦ ਤੂੰ ਮੇਰਾ ਕਰ, ਮੈਂ ਇਹ ਪੈਸੇ ਸਵੀਕਾਰ ਕਰ ਰਿਹਾ, ਤੂੰ ਧੰਨਵਾਦ। ਜੇ ਮੈਂ ਸਵੀਕਾਰ ਹੀ ਨਹੀਂ ਕਰਾਂਗਾ, ਤੈਨੂੰ ਦਾਨੀ ਕਿਹਨੇ ਕਹਿਣਾ ਹੈ? ਅਸਲ ਦੇ ਵਿੱਚ ਇਹ ਗੱਲ ਯਾਦ ਰੱਖ, ਮੈਂ ਇਹਨੂੰ ਸਵੀਕਾਰ ਕਰ ਰਿਹਾ, ਧੰਨਵਾਦ ਤੂੰ ਕਰ, ਮੈਂ ਕਿਉਂ ਕਰਾਂ ਧੰਨਵਾਦ ਤੇਰਾ? ਜੇ ਤੇਰੇ ਦਿੱਤੇ ਹੋਏ ਧਨ ਨੂੰ ਮੈਂ ਸਵੀਕਾਰ ਹੀ ਨਾ ਕਰਾਂ, ਇਹ ਉਲਟਾ ਤੇਰੇ ਕੋਲ ਹੀ ਜਾਣਾ ਹੈ, ਮੈਨੂੰ ਇਹ ਨਹੀਂ ਚਾਹੀਦਾ। ਇਸ ਕਰਕੇ ਮਨੁੱਖ ਜ਼ਿੰਦਗੀ ਦੇ ਵਿੱਚ ਦਾਨੀ ਨਹੀਂ ਬਣ ਸਕਦਾ। ਨਾ ਦੁਨੀਆ ਤੇ ਕੋਈ ਦਾਨੀ ਹੈ, ਨਾ ਕੋਈ ਹੋਇਆ, ਨਾ ਅੱਗੇ ਹੋਵੇਗਾ। ਦਾਨੀ ਨਹੀਂ ਹੋ ਸਕਦਾ। ਬਾਣੀ ਦੇ ਵਿੱਚ ਤਾਂ ਹੀ ਮਹਾਰਾਜ ਨੇ ਕਿਹਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਕ ਪਰਮਾਤਮਾ ਦਾਤਾ ਹੈ, ਬਾਕੀ ਸਾਰੇ ਭਿਖਾਰੀ ਨੇ, ਸਭ ਮੰਗਣ ਵਾਲੇ ਨੇ। ਕੁਝ ਛੋਟੇ ਨੇ, ਕੁਝ ਵੱਡੇ ਨੇ, ਗੱਲ ਇੰਨੀ ਹੈ। ਕਈ ਛੋਟੇ ਭਿਖਾਰੀ ਨੇ, ਕਈਆਂ ਨੂੰ 1000 ਰੁਪਏ ਦੀ ਲੋੜ ਹੈ, ਕਈਆਂ ਨੂੰ ਕਰੋੜ ਰੁਪਏ ਦੀ ਲੋੜ ਹੈ, ਕਈਆਂ ਨੂੰ ਅਰਬਾਂ ਰੁਪਈਆਂ ਦੀ ਲੋੜ ਹੈ, ਸਾਰੇ ਭਿਖਾਰੀ ਨੇ। ਬਿਰਤੀ ਭਿਖਾਰੀ ਹੁੰਦੀ ਹੈ, ਮਨੁੱਖ ਭਿਖਾਰੀ ਨਹੀਂ ਹੁੰਦੇ। ਕਈ ਐਸੇ ਹੁੰਦੇ ਨੇ ਘਰ ਦੇ ਵਿੱਚ ਕੁਝ ਵੀ ਨਹੀਂ ਹੈ, ਫਿਰ ਵੀ ਭਿਖਾਰੀ ਨਹੀਂ। ਬਾਣੀ ਦੇ ਵਿੱਚ ਮਹਾਰਾਜ ਬਾਣੀ ਦੇ ਵਿੱਚ ਹੀ ਕਹਿੰਦੇ ਨੇ, ਬਿਨਾ ਸੰਤੋਖ ਨਹੀਂ ਕੋ ਰਾਜੇ। ਜਿਨ੍ਹਾਂ ਦੇ ਵਿੱਚ ਸੰਤੋਖ ਆ ਗਿਆ ਹੈ, ਭਾਵੇਂ ਜੇਬ ਦੇ ਵਿੱਚ ਰੁਪਈਆ ਵੀ ਨਹੀਂ ਹੈ, ਗੁਰਬਾਣੀ ਉਹਨੂੰ ਰਾਜਾ ਮੰਨਦੀ ਹੈ। ਸੰਤੋਖ ਨਹੀਂ ਆਇਆ, ਸੋਨਿਆਂ ਦੇ ਅੰਬਾਰ ਭਰੇ ਹੋਏ ਨੇ, ਇੱਡਾ ਕੁਝ ਹੁੰਦਾ ਹੋਇਆ ਵੀ ਭਿਖਾਰੀ ਹੈ। ਸੰਤੋਖ ਨੇ ਮਨੁੱਖ ਨੂੰ ਰਾਜਾ ਬਣਾਉਣਾ ਹੈ। ਗੁਰੂ ਸਾਹਿਬ ਇਹ ਮੋਹਰ ਲਾ ਦਿੰਦੇ ਨੇ, ਬਿਨਾ ਸੰਤੋਖ ਤੋਂ ਰਾਜਾ ਨਹੀਂ ਹੈ, ਭਿਖਾਰੀ ਹੈ। ਬਿਰਤੀ ਭਿਖਾਰੀ ਹੁੰਦੀ ਹੈ। ਮਨੁੱਖ ਭਿਖਾਰੀ ਨਹੀਂ ਹੁੰਦੇ, ਬਿਰਤੀਆਂ ਭਿਖਾਰੀ ਵਾਲੀਆਂ ਹੁੰਦੀਆਂ ਨੇ। ਜਦੋਂ ਤਾਈਂ ਭਿਖਾਰੀ ਦੀ ਬਿਰਤੀ ਅੰਦਰ ਹੈ, ਉਦੋਂ ਤਾਈਂ ਤੰਗੀ ਰਹੇਗੀ। ਔਰ ਯਾਦ ਰੱਖਣਾ ਸਾਧ ਸੰਗਤ, ਭਿਖਾਰੀ ਹੀ ਅਭਿਮਾਨ ਕਰਦੇ ਨੇ, ਭਿਖਾਰੀ ਅਹੰਕਾਰ ਕਰਦੇ ਨੇ। ਦਾਤੇ ਕਦੇ ਅਹੰਕਾਰ ਨਹੀਂ ਕਰਦੇ। ਦਾਤੇ ਨੂੰ ਪਤਾ ਮੈਂ ਕਾਹਦਾ, ਤੇ ਸਭ ਕੁਝ ਮੇਰਾ ਹੀ ਹੈ। ਜਿਹੜੇ ਲੋਕ ਭਿਖਾਰੀ ਨੇ ਉਹੀ ਹੰਕਾਰ ਕਰਦੇ ਨੇ। ਹੁਣ ਜਿਹੜਾ ਆਪਣੇ ਆਪ ਨੂੰ ਦਾਤਾ ਸਮਝ ਰਿਹਾ, ਉਹਨੂੰ ਇਹ ਨਹੀਂ ਪਤਾ ਇਹ ਦਾਤਾ ਨਹੀਂ ਹੈ। ਇਸ ਦੁਨੀਆ ਤੇ ਆਇਆ, ਇੱਥੋਂ ਹੀ ਦੁੱਧ ਪੀਤਾ, ਇੱਥੋਂ ਹੀ ਵੱਡਾ ਹੋਇਆ, ਪਰਮਾਤਮਾ ਦੀ ਦਿੱਤੀ ਧਰਤੀ ਦੇ ਵਿੱਚੋਂ ਵਾਹੀ ਕਰ ਕਰਕੇ ਪੈਸੇ ਕਮਾਏ, ਉਹਦੀ ਦਿੱਤੀ ਧਰਤੀ ਤੇ ਬਿਜ਼ਨਸ ਖੋਲ੍ਹਿਆ, ਤੇ ਫਿਰ ਉਹਦੇ ਗੁਰਦੁਆਰੇ ਆ ਗਿਆ, ਲਓ ਜੀ ਮੇਰੀ ਰਸੀਦ ਕੱਟੋ, ਮੈਂ ਦਾਨੀ ਸੱਜਣਾ ਚਾਹਾਂ। ਕਮਾਲ ਹੋ ਗਈ। ਉਹੀ ਪਰਮਾਤਮਾ, ਉਹਦੀ ਧਰਤੀ ਤੇ ਉਹਦਾ ਆਕਾਸ਼, ਉਹਦਾ ਹੀ ਪਾਣੀ ਪੀ ਕੇ, ਉਹਨੇ ਕਦੇ ਪਾਣੀ ਦਾ ਮੁੱਲ ਨਹੀਂ, ਉਹਦੀ ਹਵਾ ਲੈ ਕੇ ਇਹ ਸਾਹ ਚਲਾਏ। ਸਾਹ ਚਲਾਉਣ ਤੋਂ ਬਾਅਦ ਮਾਇਆ ਕਮਾਈ, ਉਹਦੇ ਸਵਾਸਾਂ ਨਾਲ ਮਾਇਆ ਕਮਾ ਕੇ ਆ ਕੇ ਕਹਿੰਦਾ ਮੈਨੂੰ ਦਾਨੀ ਸੱਜਣਾ 'ਚ ਲਿਖ ਦਿਓ। ਕਮਾਲ ਹੋ ਗਈ। ਜਿਹਦੇ ਤੋਂ ਮੰਗਿਆ, ਜਿਹਦੀ ਕਿਰਪਾ ਦੇ ਨਾਲ ਕਮਾਇਆ, ਉਹਦੇ ਸਾਹਮਣੇ ਦਾਤਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇ ਜਿਉ ਕੁੰਚਰ ਇਸਨਾਨ। ਕਹਿੰਦੇ ਯਾਦ ਰੱਖੀ, ਦਾਨ ਕਰਕੇ, ਉਹਦੇ ਨਾਂ ਤੇ ਕੋਈ ਨਾ ਕੋਈ ਕਰਮ ਕਰਕੇ, ਕੋਈ ਵਰਤ ਕਰਕੇ, ਕੋਈ ਬਾਣੀ ਪੜ੍ਹ ਕੇ,
ਤੀਰਥ ਵਰਤ ਅਰਦਾਨ ਕਰ। ਕਿਤੇ ਨਾ ਕਿਤੇ ਕੋਈ ਸ਼ੁਭ ਕਰਮ ਕਰਕੇ ਜੇ ਮਨ ਵਿੱਚ ਗੁਮਾਨ ਆ ਗਿਆ, ਸਮਝ ਖਾਲੀ ਗਿਆ, ਹਜੇ ਤਾਈਂ ਤੇਰੇ ਤੀਰਥ ਦਾ ਫਾਇਦਾ ਨਹੀਂ ਹੋਇਆ, ਹਜੇ ਤਾਈਂ ਦਾਨ ਦਾ ਫਾਇਦਾ ਨਹੀਂ ਹੋਇਆ। ਦਾਨ ਦਾ ਫਾਇਦਾ ਉਸ ਦਿਨ ਹੋ ਜਾਏਗਾ ਜਿਸ ਦਿਨ ਅੰਦਰ ਨਿਮਰਤਾ ਦਾ ਭਾਵ ਆ ਗਿਆ। ਇਹ ਕਹਿ ਦੇਗਾ ਮੈਂ ਨਹੀਂ ਦਿੱਤਾ, ਮੇਰਾ ਮੁਝ ਮੈਂ ਕਿਛ ਨਹੀਂ। ਜਿਸ ਦਿਨ ਇਹ ਕਹਿ ਕੇ ਦੇਗਾ ਉਸ ਦਿਨ ਦਾਨ ਫਲੀਭੂਤ ਹੋ ਜਾਏਗਾ। ਜਿਸ ਦਿਨ ਇਹ ਕਹੇਗਾ ਮੈਂ ਕੌਣ ਆ ਦੇਣ ਵਾਲਾ, ਦਿੱਤਾ ਤੇ ਸਭ ਕੁਝ ਰੱਬ ਦਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਇਸ ਕਰਕੇ ਜਿਹੜੇ ਮਨੁੱਖ ਦਾਤਾਰ ਬਣ ਬੈਠਦੇ ਨੇ ਉਹਨਾਂ ਨੂੰ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਉਹ ਗਵਾਰ ਨੇ। ਅੱਗੇ ਮਹਾਰਾਜ ਕਹਿੰਦੇ ਨੇ ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ, ਨਾਨਕ ਸੋ ਜਨ ਸਦਾ ਅਰੋਗ। ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹਦਾ ਇਹ ਹਉਮੈ ਦਾ ਰੋਗ ਟੁੱਟ ਜਾਂਦਾ ਹੈ, ਕਿਉਂਕਿ ਬਾਣੀ ਕਹਿੰਦੀ ਹੋਂ ਹੋਂ ਕਰਤ ਬੰਧਨ ਮੈਂ ਭਰਿਆ। ਮਨੁੱਖ ਬੰਧਨਾਂ ਦੇ ਵਿੱਚ ਪਿਆ ਕਿਉਂ? ਹਉਮੈ ਹਉਮੈ ਕਰਕੇ, ਹੋਂ ਹੋਂ ਕਰਕੇ। ਔਰ ਮੈਂ ਤੇ ਅਕਸਰ ਇਹ ਗੱਲ ਕਿਹਾ ਕਰਦਾ, ਜੇ ਮਨੁੱਖ ਇੰਨਾ ਹੀ ਕੁਛ ਕਮਾਉਣ ਵਾਲਾ ਸੀ, ਇੰਨਾ ਹੀ ਕੁਛ ਕਰਨ ਵਾਲਾ ਸੀ, ਜਿਸ ਦਿਨ ਫਿਰ 6 ਮਹੀਨੇ ਦਾ ਸੀ ਉਸ ਦਿਨ ਦੁੱਧ ਕਮਾ ਕੇ ਪੀਂਦਾ, ਫਿਰ ਗੱਲ ਸੀ। ਉਸ ਦਿਨ ਤੈਨੂੰ ਇਹ ਨਹੀਂ ਸੀ ਪਤਾ ਰਹਿਣਾ ਕਿੱਥੇ ਹੈ, ਪੈਣਾ ਕਿੱਥੇ ਹੈ, ਮਾਂ ਕੌਣ ਹੈ, ਪਿਓ ਕੌਣ ਹੈ। ਉਸ ਦਿਨ ਤੇ ਕਮਾ ਨਾ ਸਕਿਆ। ਅੱਜ ਉਹਦੀ ਧਰਤੀ ਦਾ ਦੁੱਧ ਪੀ ਕੇ, ਜਿਹਨੇ ਉਹਨੂੰ ਬਣਾਇਆ ਹੈ, ਉਹਦੀ ਧਰਤੀ ਦਾ ਦੁੱਧ ਪੀ ਕੇ ਤੇ ਮਨੁੱਖ ਤਕੜਾ ਹੋ ਕੇ ਖਲੋ ਗਿਆ, ਕਹਿੰਦਾ ਮੇਰੇ ਤੋਂ ਵੱਡਾ ਕੋਈ ਨਹੀਂ। ਬਾਣੀ ਕਹਿੰਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਤੈਨੂੰ ਇੰਨਾ ਕੁਝ ਜਿਹਨੇ ਦਿੱਤਾ ਹੈ ਉਹਦੇ ਤੋਂ ਮੁਨਕਰ ਹੋ ਗਏ। ਇਸ ਕਰਕੇ ਯਾਦ ਰੱਖਣਾ ਸਾਧ ਸੰਗਤ, ਮਨੁੱਖ ਦੀ ਆਪਣੀ ਕੋਈ ਵੱਖਰੀ ਹਸਤੀ ਨਹੀਂ ਹੈ। ਇਸ ਦੁਨੀਆ ਤੇ ਮਨੁੱਖ ਕੁਛ ਵੀ ਕਰਨ ਵਾਲਾ ਨਹੀਂ ਹੈ, ਸਭ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਪਹਿਲੇ ਪਹਿਲ ਅੱਜ ਮਨੁੱਖ ਇਹ ਸਮਝਦਾ ਹੈ ਜੋ ਕੁਝ ਵੀ ਹੋ ਰਿਹਾ ਇਹਦਾ ਕੇਂਦਰ ਮੈਂ ਹਾਂ। ਜੇ ਕਿਤੇ ਮੈਂ ਨਾ ਹੋਵਾਂ ਇਹ ਧਰਤੀ ਤੇ ਆਹ ਚੀਜ਼ ਨਹੀਂ ਹੋਏਗੀ। ਇਹ ਹੰਕਾਰ ਹੈ ਮਨੁੱਖ ਨੂੰ। ਜੇ ਕਿਤੇ ਮੈਂ ਨਾ ਹੋਵਾਂ ਇਹ ਪਰਿਵਾਰ ਦੀ ਪਾਲਣਾ ਨਹੀਂ ਹੋਏਗੀ। ਇਹ ਹੰਕਾਰ ਹੈ ਇਸ ਨੂੰ, ਕਿਉਂਕਿ ਸਭ ਕੁਝ ਮੇਰੇ ਕੇਂਦਰ ਤੋਂ ਹੀ ਚੱਲ ਰਿਹਾ। ਮੈਂ ਨਾ ਹੋਵਾਂਗਾ ਸ਼ਾਇਦ ਇਹ ਧਰਤੀ ਵੀ ਨਾ ਹੋਏ, ਐਸਾ ਇਹਨੂੰ ਹੈ, ਇਤਨਾ ਹੰਕਾਰ ਇਹਨੂੰ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਕੇਂਦਰ ਨਹੀਂ ਹੈ ਸਾਰੀ ਧਰਤੀ ਦਾ। ਸਾਰੀ ਧਰਤੀ ਦਾ ਕੇਂਦਰ ਉਹ ਪਰਮਾਤਮਾ ਹੈ। ਜਿਵੇਂ ਪਹਿਲਾਂ, ਅੱਜ ਤੋਂ ਪਹਿਲਾਂ ਇਹ ਲੋਕ ਸੋਚਦੇ ਹੁੰਦੇ ਸਨ ਇਹ ਜਿਹੜੀ ਧਰਤੀ ਦਾ ਕੇਂਦਰ ਹੈ, ਜਿਵੇਂ ਧਰਤੀ ਹੈ ਇਹਦੇ ਆਲੇ ਦੁਆਲੇ ਸੂਰਜ ਘੁੰਮਦਾ ਹੈ, ਲੋਕੀ ਇਹ ਸਮਝਦੇ ਸਨ। ਕੋਪਰਨਿਕਸ ਨੇ ਇਹ ਨਵੀਂ ਸੋਚ ਲੈ ਕੇ ਆਂਦੀ, ਆਂਦੇ ਨਹੀਂ, ਧਰਤੀ ਦੇ ਆਲੇ ਦੁਆਲੇ ਸੂਰਜ ਨਹੀਂ ਘੁੰਮਦਾ, ਇਹੋ ਜਿਹੀਆਂ ਲੱਖਾਂ ਧਰਤੀਆਂ ਸੂਰਜ ਦੇ ਆਲੇ ਦੁਆਲੇ ਘੁੰਮਦੀਆਂ ਨੇ। ਪਹਿਲਾਂ ਤੇ ਲੋਕ ਇਹ ਸਮਝਦੇ ਸਨ ਇਹ ਧਰਤੀ ਦੇ ਆਲੇ ਦੁਆਲੇ ਸੂਰਜ ਘੁੰਮਦਾ। ਇਵੇਂ ਸਮਝ ਲਓ ਮਨੁੱਖ ਇੱਕ ਧਰਤੀ ਹੈ, ਇਹ ਸੋਚਦਾ ਸੂਰਜ ਪਰਮਾਤਮਾ ਮੇਰੇ ਆਲੇ ਦੁਆਲੇ ਘੁੰਮਦਾ ਹੈ। ਨਹੀਂ, ਇਹ ਮਨੁੱਖ ਪਰਮਾਤਮਾ ਸੂਰਜ ਹੈ, ਤੇਰੇ ਵਰਗੇ ਕਰੋੜਾਂ ਲੋਕ ਉਹਦੇ ਆਲੇ ਦੁਆਲੇ ਘੁੰਮਦੇ ਨੇ। ਤੇਰੀ ਤੇ ਔਕਾਤ ਕੀ ਹੈ? ਮਹਾਰਾਜ ਕੀ ਗੁਰਬਾਣੀ 'ਚ ਕਹਿੰਦੇ ਖਸਮੈ ਨਦਰੀ ਕੀੜਾ ਆਵੇ। ਤੇਰੀ ਔਕਾਤ ਮਨੁੱਖ ਇੱਕ ਕੀੜੇ ਤੋਂ ਵਾਧੂ ਨਹੀਂ ਹੈ ਪਰਮਾਤਮਾ ਦੀ ਨਿਗਾਹ ਵਿੱਚ। ਜਿਵੇਂ ਇੱਕ ਕੀੜਾ ਜੰਮਦਾ ਹੈ ਮਰ ਜਾਂਦਾ ਹੈ, ਐਵੇਂ ਲੱਖਾਂ ਹੀ ਲੋਕ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਤੇਰੇ ਵਰਗੇ ਲੱਖਾਂ ਹੀ ਆਏ ਨੇ, ਲੱਖਾਂ ਹੀ ਚਲੇ ਗਏ ਨੇ, ਰੋਜ਼ ਆ ਰਹੇ ਨੇ, ਰੋਜ਼ ਜਾ ਰਹੇ ਨੇ, ਹੋਰ ਕੁਝ ਨਹੀਂ। ਤੈਨੂੰ ਪਰਮਾਤਮਾ ਨੇ ਇੱਕ ਸਮਾਂ ਤੇ ਜ਼ਰੂਰ ਬਖਸ਼ਿਆ ਹੈ, ਬਾਕੀ ਤੇਰੇ ਵਰਗੇ ਲੱਖਾਂ ਹੀ ਦਾਅਵੇ ਕਰਨ ਵਾਲੇ ਆਏ ਨੇ, ਲੱਖਾਂ ਹੀ ਇੱਥੋਂ ਚਲੇ ਗਏ ਨੇ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਤਾਂ ਹੀ ਮਹਾਰਾਜ ਕਹਿੰਦੇ ਨੇ ਤੂੰ ਆਪਣੀ ਜ਼ਿੰਦਗੀ 'ਚ ਸਮਰਪਣ ਦਾ ਭਾਵ ਰੱਖ। ਜਹਾਂ ਜਹਾਂ ਭਾਣਾ ਤਹਾਂ ਤਹਾਂ ਰਾਖੇ, ਨਾਨਕ ਸਭ ਕੁਝ ਪ੍ਰਭ ਕੇ ਹੱਥ। ਫਿਰ ਮੈਂ ਅੰਤ ਦੇ ਵਿੱਚ ਫਿਰ ਉਹ ਬੇਨਤੀ ਕਰਾਂ, ਮਨੁੱਖ ਆਪਣੀ ਜ਼ਿੰਦਗੀ ਵਿੱਚ ਹੰਕਾਰ ਕਰਦਾ ਹੈ। ਹੰਕਾਰ ਕਰਨ ਦੇ ਕੋਈ ਨਾ ਕੋਈ ਆਧਾਰ ਜ਼ਰੂਰ ਹੈ। ਜੇ ਕਿਸੇ ਮਨੁੱਖ ਨੂੰ ਹੰਕਾਰ ਹੈ, ਜਿਵੇਂ ਕੋਈ ਮਨੁੱਖ ਪੜ੍ਹਿਆ ਲਿਖਿਆ ਹੈ, ਉਹਦੇ ਸਾਹਮਣੇ ਕੋਈ ਐਸਾ ਮਨੁੱਖ ਗੱਲ ਕਰੇ ਜਿਹੜਾ ਪੜ੍ਹਿਆ ਲਿਖਿਆ ਨਹੀਂ,
ਉਹ ਗੱਲ ਕਰ ਰਿਹਾ ਹੋਏ ਤੇ ਉਹ ਵਿੱਚ ਟੋਕ ਦੇ, ਉਹਨੂੰ ਬੜਾ ਗੁੱਸਾ ਲੱਗੇਗਾ, ਇਹ ਕੌਣ ਹੈ ਮੇਰੀ ਗੱਲ ਟੋਕਣ ਵਾਲਾ। ਤੂੰ ਕਦੀ ਸਕੂਲ ਦੀ ਸ਼ਕਲ ਵੇਖੀ? ਐਵੇਂ ਕਹੇਗਾ, ਤੂੰ ਕਦੀ ਸਕੂਲ ਦੀ ਸ਼ਕਲ ਵੇਖੀ ਹੈ? ਮੈਂ ਇੰਨਾ ਪੜ੍ਹਿਆ ਲਿਖਿਆ, ਮੇਰੀ ਗੱਲ ਮੰਨੋ। ਮਨੁੱਖ ਇਹੀ ਗੱਲ ਕਹਿੰਦਾ। ਤੁਹਾਨੂੰ ਕੀ ਪਤਾ ਹੈ ਤੁਸੀਂ ਜ਼ਿੰਦਗੀ 'ਚ ਕੀ ਕੀਤਾ? ਹੰਕਾਰ ਕਿੱਥੇ ਖਲੋ ਗਿਆ? ਪੜ੍ਹਾਈ ਤੇ। ਉਸ ਤੋਂ ਬਾਅਦ ਆ ਗਈ ਘਰ ਦੀ ਗੱਲ। ਇੱਕ ਬੀਬੀ ਕਮਾ ਨਹੀਂ ਰਹੀ ਹੈ, ਇਕੱਲਾ ਮਨੁੱਖ ਹੀ ਕਮਾ ਰਿਹਾ, ਇੱਕ ਬੰਦਾ ਕਮਾ ਰਿਹਾ। ਮਾਂ ਬਾਪ ਵੀ ਵਿੱਚ ਨੇ, ਪੈਸਾ ਕਮਾ ਕੇ ਲਿਆਉਂਦਾ ਹੈ। ਜੇ ਘਰ ਦੇ ਵਿੱਚ ਕੋਈ ਗੱਲ ਹੋ ਜਾਏ, ਤੁਹਾਨੂੰ ਕੀ ਪਤਾ ਹੈ? ਕਦੀ ਜਾ ਕੇ ਕਮਾ ਕੇ ਲਿਆਂਦਾ 100 ਰੁਪਈਆ? ਤੁਹਾਨੂੰ ਕਮਾਉਣ ਬਾਰੇ ਕੀ ਪਤਾ ਹੈ? ਤੁਹਾਨੂੰ ਦੁਨੀਆ ਬਾਰੇ ਕੀ ਪਤਾ? ਏਡੀ ਗੱਲ ਮਨੁੱਖ ਕਹਿ ਦੇਗਾ। ਔਰ ਇਹ ਗੱਲ ਇੱਕ ਨੇ ਨਹੀਂ, ਰਜਨੀ ਦਾ ਪਿਤਾ ਹੋਇਆ ਦੁਨੀ ਚੰਦ, ਉਹਨੇ ਕਹਿ ਦਿੱਤੀ ਸੀ। ਉਹਦੀਆਂ ਧੀਆਂ ਨੇ 7, ਉਹਨਾਂ ਨੂੰ ਪੁੱਛਦਾ ਤੁਹਾਨੂੰ ਕੌਣ ਕਮਾਉਂਦਾ ਹੈ? ਸਾਰੀਆਂ ਤੇ ਕਹਿੰਦੀਆਂ ਨੇ ਪਿਤਾ ਜੀ ਤੁਸੀਂ ਕਮਾਉਂਦੇ ਹੋ। ਇੱਕ ਸਿਆਣੀ ਸੀ, ਕਹਿੰਦੇ ਪਿਤਾ ਜੀ ਤੁਸੀਂ ਨਹੀਂ ਕਮਾਉਂਦੇ, ਤੁਸੀਂ ਦੇ ਸਾਧਨ ਮਾਤਰ ਹੋ, ਤੁਹਾਨੂੰ ਵੀ ਕਿਸੇ ਨੇ ਖਵਾਇਆ। ਤੁਸੀਂ ਏਡੇ ਵੱਡੇ ਕੀਤੇ ਹੋ, ਤੁਹਾਨੂੰ ਵੀ ਕਿਸੇ ਨੇ ਵੱਡਾ ਕੀਤਾ ਹੈ। ਤੁਸੀਂ ਅੱਜ ਮੈਨੂੰ ਵੱਡਾ ਕਰ ਰਹੇ ਹੋ, ਗੱਲ ਬਸ ਇੰਨੀ ਹੈ। ਮੈਂ ਅੱਗੇ ਕਿਸੇ ਹੋਰ ਨੂੰ ਵੱਡਾ ਕਰ ਦਿਆਂਗੀ, ਉਹ ਕਿਸੇ ਹੋਰ ਨੂੰ ਕਰ ਦੇਗਾ। ਸਭ ਨੂੰ ਅਨਾਜ ਪਾਣੀ ਦੇਣ ਵਾਲਾ ਤੇ ਪਰਮਾਤਮਾ ਹੈ। ਇਸ ਕਰਕੇ ਮੈਨੂੰ ਅਨਾਜ ਦੇਣ ਵਾਲੇ ਤੁਸੀਂ ਨਹੀਂ। ਮੇਰੀ ਡਿਊਟੀ ਹੋ ਸਕਦੀ ਹੈ, ਤੁਹਾਡੀ ਡਿਊਟੀ ਹੈ, ਮੇਰੇ ਕਰਮਾਂ ਦਾ ਕੋਈ ਫਲ ਹੋ ਸਕਦਾ ਹੈ। ਤੁਸੀਂ ਮੈਨੂੰ ਕਮਾ ਰਹੇ ਹੋ, ਮੈਂ ਕਿਸੇ ਹੋਰ ਨੂੰ ਕਮਾਵਾਂਗੀ, ਇਹ ਤੇ ਕਰਮਾਂ ਦੇ ਫਲ ਨੇ। ਕਹਿੰਦਾ ਨਹੀਂ। ਅੱਛਾ, ਉਹ ਕਹਿੰਦਾ ਮੈਂ ਨਹੀਂ ਦੇ ਰਿਹਾ। ਨਹੀਂ, ਪਰਮਾਤਮਾ ਦਿੰਦਾ ਹੈ। ਕਹਿੰਦੇ ਚਲੋ ਤੈਨੂੰ ਪਿੰਗਲੇ ਨਾਲ ਵਿਆਹ ਦੇਣਾ, ਵੇਖਾਂਗਾ ਤੇਰਾ ਪਰਮਾਤਮਾ ਕਿੱਥੋਂ ਤੇ ਤੈਨੂੰ ਖਵਾਏਗਾ। ਵਿਆਹ ਕਰ ਦਿੱਤਾ ਪਿੰਗਲੇ ਨਾਲ। ਹੁਣ ਪਰਮਾਤਮਾ ਨੇ ਵਿੱਚ ਤਰਸ ਵੀ ਪਾਇਆ ਲੋਕਾਂ ਦੇ। ਜਿੱਥੇ ਜਿੱਥੇ ਜਾਂਦੀ ਹੈ, ਪਰਮਾਤਮਾ ਤੇ ਸਾਰਿਆਂ ਦੇ ਵਿੱਚ ਹੀ ਵੱਸਦਾ ਹੈ। ਉਹ ਵਿੱਚੋਂ ਹੋ ਕੇ ਕਿਤੋਂ ਨਾ ਕਿਤੋਂ ਰੋਟੀ ਪਾਣੀ ਦਿੰਦੇ ਨੇ। ਹੌਲੀ ਹੌਲੀ ਵੱਡੀ ਹੋ ਰਹੇ ਨੇ, ਗੁਜ਼ਾਰਾ ਚੱਲ ਰਿਹਾ। ਕਿਤੇ ਰਾਤ ਰੁਕ ਜਾਂਦੇ ਨੇ। ਇੱਕ ਦਿਨ ਇਸ਼ਨਾਨ ਕੀਤਾ ਅੰਮ੍ਰਿਤਸਰ ਦੇ ਸਰੋਵਰ ਚੋਂ, ਠੀਕ ਹੋ ਗਏ। ਪਿੰਗਲੇ ਦਾ ਕੋੜ ਦੂਰ ਹੋ ਗਿਆ। ਰੋਟੀ ਕਮਾਉਂਦੇ ਨੇ, ਚੰਗਾ ਘਰ-ਬਾਰ ਬਣਾਇਆ ਹੈ। ਆਪਣੇ ਪਿਤਾ ਦੇ ਕੋਲ ਗਏ, ਪਿਤਾ ਜੀ ਪਤਾ ਲੱਗਿਆ ਕੌਣ ਕਮਾਉਂਦਾ ਹੈ, ਕੌਣ ਦਿੰਦਾ ਹੈ? ਇਹ ਕੋਈ ਪਤਾ ਨਹੀਂ। ਕਦੋਂ ਕਿਸੇ ਨੂੰ ਪਿੰਗਲਾ ਕਰ ਦਿੰਦਾ ਹੈ, ਕਦੋਂ ਠੀਕ ਕਰ ਦਿੰਦਾ ਹੈ, ਕੋਈ ਪਤਾ ਨਹੀਂ। ਦੇਣ ਵਾਲਾ ਪਰਮਾਤਮਾ ਹੀ ਹੈ, ਦੇਣ ਵਾਲਾ ਉਹੀ ਹੈ। ਅਸੀਂ ਤੇ ਸਾਰੇ ਵਿੱਚ ਸਾਧਨ ਆ। ਜਿੰਨੇ ਅਸੀਂ ਬੈਠੇ ਹੋਏ ਹਾਂ, ਜੋ ਜੋ ਸੁਣ ਰਹੇ ਨੇ, ਇੱਥੇ ਕੋਈ ਕਰਨ ਵਾਲਾ ਨਹੀਂ ਹੈ, ਸਾਰੇ ਸਾਧਨ ਨੇ। ਇਸ ਕਰਕੇ ਮਨੁੱਖ ਦਾ ਹੰਕਾਰ ਖਲੋਂਦਾ ਰੂਪ ਦੇ ਉੱਤੇ। ਕਹਿੰਦੇ ਹੇ ਮਨੁੱਖ ਯਾਦ ਰੱਖੀ, ਜਿਹੜੇ ਰੂਪ ਬਣਾਏ ਨੇ ਸਾਰੇ ਪਰਮਾਤਮਾ ਨੇ ਬਣਾਏ ਨੇ। ਤੇ ਕਦੋਂ ਰੂਪ ਤੋਂ ਕੁਰੂਪ ਕਿਸੇ ਨੂੰ ਕਰ ਦੇਵੇ, ਇਹ ਵੀ ਉਹਨੂੰ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਰੂਪ ਕੁਰੂਪਤਾ ਵਿੱਚ ਕਦੋਂ ਬਦਲ ਜਾਏਗਾ, ਇਹ ਨਹੀਂ ਪਤਾ। ਬੜੇ ਵਧੀਆ ਵਧੀਆ ਲੋਕ ਹੁੰਦੇ ਨੇ, ਕਈ ਵਾਰੀ ਵੇਖਿਆ ਜਾਂਦਾ ਕਈਆਂ ਤੇ ਐਸਿਡ ਦਾ ਅਟੈਕ ਹੁੰਦਾ ਹੈ, ਸਾਰਾ ਮੂੰਹ ਹੀ ਖਰਾਬ ਹੋ ਜਾਂਦਾ। ਪਹਿਲਾਂ ਚੰਗਾ ਭਲਾ ਮੂੰਹ ਹੁੰਦਾ ਹੈ, ਮਨੁੱਖ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਉਹੀ ਸਰੀਰ ਦੇ ਉੱਤੇ ਕਈ ਵਾਰੀ ਐਸੀ ਬਿਮਾਰੀ ਲੱਗਦੀ ਹੈ, ਕਹਿੰਦਾ ਮੈਂ ਤੇ ਬੜਾ ਠੀਕ ਹਾਂ, ਮੇਰੇ ਵਰਗਾ ਹਸਟ ਪੁਸ਼ਟ ਕੋਈ ਨਹੀਂ। ਉਹੀ ਸਰੀਰ ਕਈ ਦਿਨਾਂ ਬਾਅਦ ਡਿੱਗ ਜਾਂਦਾ। ਇਸ ਕਰਕੇ ਰੂਪ ਕੁਰੂਪਤਾ ਵਿੱਚ ਕਦੋਂ ਬਦਲ ਜਾਏ ਕੋਈ ਪਤਾ ਨਹੀਂ। ਸਵਾਸਥਿਆ ਬਿਮਾਰੀ ਵਿੱਚ ਕਦੋਂ ਬਦਲ ਜਾਏ ਇਹ ਕੋਈ ਪਤਾ ਨਹੀਂ। ਭਗਤ ਕਬੀਰ ਸਾਹਿਬ ਤਾਂ ਹੀ ਕਹਿੰਦੇ ਨੇ, ਕਹਿੰਦੇ ਮਨੁੱਖ ਯਾਦ ਰੱਖੀ, ਆਪਣੀ ਜ਼ਿੰਦਗੀ ਵਿੱਚ ਗਰਭ ਤੇ ਹੰਕਾਰ ਕਦੀ ਨਾ ਕਰੀ, ਕਿਉਂਕਿ ਹਜੇ ਗੱਡੀ ਸਮੁੰਦਰ ਵਿੱਚ ਹੈ ਤੇ ਇਹ ਸਮੁੰਦਰ ਵਿੱਚ ਲਹਿਰਾਂ ਪਤਾ ਨਾ ਕਿਹੜੀ ਲਹਿਰ ਨੇ, ਕਦੋਂ ਤੈਨੂੰ ਡਿੱਗ ਦੇਣਾ ਕੋਈ ਪਤਾ ਨਹੀਂ। ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਕਦੇ ਗਰੀਬ ਤੇ ਹੱਸੀ ਨਾ। ਜਿਹਦੇ ਕੋਲ ਗੁਣ ਨਾ ਹੋਣ, ਜਿਹਦੇ ਕੋਲ ਪੈਸਾ ਨਾ ਹੋਏ, ਕਦੀ ਉੱਤੇ ਹੱਸੀ ਨਾ। ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜਹੁ ਸੁਨਾਓ ਸਮੁੰਦਰ ਮੈਂ, ਕਿਆ ਜਾਣਨਾ ਕਿਆ ਹੋਏ। ਅਜੇ ਤੇ ਤੇਰੀ ਬੇੜੀ ਇਸ ਸੰਸਾਰ ਸਮੁੰਦਰ ਵਿੱਚ ਚੱਲ ਰਹੀ ਹੈ, ਇਹ ਪਤਾ ਨਹੀਂ ਲੱਗਦਾ ਕਦੋਂ ਇਹਨੇ ਢਹਿ ਪੈਣਾ, ਕਿੱਧਰ ਨੂੰ ਡਿੱਗ ਪੈਣਾ, ਕੋਈ ਪਤਾ ਨਹੀਂ। ਕਿਹੜੀ ਲਹਿਰ ਆਉਣੀ ਹੈ, ਕਿਹੜੀ ਲਹਿਰ ਨੇ। ਇੱਕ ਇੱਕ ਲਹਿਰ ਐਸੀ ਹੁੰਦੀ ਹੈ ਸਮੁੰਦਰ 'ਚ, ਵੱਡੇ ਵੱਡੇ ਜਹਾਜ਼ਾਂ ਨੂੰ ਦਫਨ ਕਰ ਦਿੰਦੀ ਹੈ ਸਮੁੰਦਰ ਦੇ ਵਿੱਚ। ਵੱਡਿਆਂ ਵੱਡਿਆਂ ਜਹਾਜ਼ਾਂ ਨੂੰ ਸਮੁੰਦਰ ਦੀ ਤਲੀ ਦੇ ਵਿੱਚ ਲੈ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਗੁਰੂ ਸਾਹਿਬ ਇੱਕ ਹੀ ਗੱਲ ਕਹਿੰਦੇ ਨੇ, ਮਨੁੱਖ ਦੇ ਅੰਦਰੋਂ ਇਹ ਹੰਕਾਰ ਟੁੱਟ ਜਾਏ। ਕਿਉਂ? ਕਿਉਂਕਿ ਹੰਕਾਰ ਸਦਾ ਨਹੀਂ ਰਹਿੰਦਾ। ਕਦੇ ਹਰਨਾਕਸ਼ ਨੂੰ ਹੰਕਾਰ ਹੋਇਆ ਸੀ,
परमात्मा सारिਆਂ ਨੂੰ माफ़ कर ਦਿੰਦਾ है। अजामल ਵੱਡਾ कामी सी, माफ़ किया। गनका ਵੱਡੀ कामन सी, माफ़ किया। कुबिजा ਨੂੰ माफ़ कर दिता। पर कहते याद रखियो, हरनाकश ਨੂੰ परमात्मा माफ़ नहीं किया, दंड दिता है। हंकारियां ਨੂੰ परमात्मा दंड दिंदा है। हर जुग जुग भगत उपाया, पैज रखदा आया राम राजे। हरनाकश दुष्ट हर मारिया, प्रहलाद तराया। हंकारियां ਨੂੰ ਉਹ माफ़ नहीं करता। हंकारियां ਦੀ जड़ महाराज बाणी 'ਚ भी कहते हैं, हंकारी ਦੀ जड़ जरूर पट्टी जाती है। औरंगजेब वर्गिया ने अत चुक ली धरती ते रब ने जड़ा पुट के वह मारियां पर अज पता भी नहीं, कोई दीवा बालन वाला भी सामने नहीं है। इस करके हंकारी दियां जड़ां सदा दुनिया ते नहीं रहिंदियां। लखां लोग आ रहे ने, लखां जा रहे ने। इस करके ना कदे रूप का हंकार, ना कदे धन का हंकार, ना किसी पदवी ते कला का हंकार, ना कदे किसी दान दिता है वह हंकार। ये चारे चीज़ां मनुख नूं दुनिया च कदे नहीं करनियां चाहिदियां। जे ये चारे चीज़ां करदा है, इस तो वड्डा अणजान, इस तो वड्डा मूर्ख कोई नहीं है। क्यों? ये चारे चीज़ां कदे बराबर नहीं रहिंदियां। धन अज है, कि पता कल ना होए। अज तू दान दे रहे हैं, कि पता कल लेना पै जाए, ये भी कोई पता नहीं। अज दे रहे हैं, कल हो सकता है। बाणी दे विच महाराज इत्थे कहंदे ने, नज़र उपट्ठी जे करे सुल्ताना घाओ कराएंदा, दर मंगण भिख ना पाएंदा। ऐसे समय भी आ जाते ने, मनुख किसी को पैसे मंगता, पैसे भी धारे नहीं मिलते। ऐसा भी हो जाता है। कदे लोगों को उधार देंदा है, कदे इनू भी धारे नहीं मिलते। इस करके रूप है, अज है, 30-40 साल बाद नहीं रहेगा। अज धन है, 20-30 साल बाद रोज़ बदलता है। धन की सीमा रोज़ बदलती है। इस करके इस धरती दे जेड़े कदे बिल्कुल रोटी नहीं सी खांदे, अज महलों के मालक ने। जेड़े कदे महलों के मालक सन, अज रोडां दे उत्ते बैठे ने, यह भी कोई पता नहीं। इस करके महाराज ने कहो नानक थिर किछ नहीं, इत्थे कुछ भी स्थिर नहीं है। इत्थे रोज़ धरती के समीकरण बदलते हैं, इत्थे रोज़ समीकरण बदल रहे हैं। रोज़ दी रोज़ सूरज उदय हुंदा है, रोज़ ही अस्त हो जाता है। कदे गर्मी आउंदी है, कदे ठंड आउंदी है। ये रोज़ दी रोज़ समीकरण बदल रहे हैं, रोज़ बदलते रहंदे ने। सतगुरु जी ये किरपा करन। कल नूं जिहड़ा अगला शब्द है, जिवें आ भवन बनिया है, इमारत बनी है, इनू थंबा ने रोकिया होया है। किवें गुरु का शब्द मनुख के मन नूं विकारां वल्लों रोकदा है, इहदे उत्ते आपां कल नूं विचार करांगे। सतगुरु जी ये किरपा करन, सबनां दे सिरां ते मेहर भरिया हथ रखन। नाम दी दात, गुरबाणी गुरसिੱਖੀ की दात बख्शण। सबनां दे घरां परिवारां च सुख शांति की दात बख्शण। आप जी इस तरीके नाल सत संगत विच आके अपने जीवन दीयां जिहड़ियां अमोलक घड़ियां हन, अमोलक सवास ने, उन्होंने सफल करिए। सत संगत विच आके मनुख दे विकारां तो खलासी हुंदी है, विकार कट्टे जांदे ने। परमात्मा दे बारे इस नूं पता लगदा है कि क्षमता ते शक्ति का मालक परमात्मा है। इन्नियां बेनतियां प्रवान होई भुल चुक दे लई खिमा करनी जी। वाहिगुरु जी का खालसा, वाहिगुरु जी की फतेह।